ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਚੌਪਈ ਸੁਨਤ ਸਾਧ ਕੇ ਬਚ ਅਰਖਾਏ। ਤੁਮ ਸਾਧਨ ਪਰ ਲੋਕ ਕਮਾਏ। ਮਾਨੁਖ ਜਨਮ ਕਿਰਤਾਰਥ ਕੀਨੋ। ਫੇਰ ਨਾ ਫੇਰਾ ਹੋਏ ਜਗ ਚੀਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ जुड़ बैठी गुरु की साजी और निवाजी हुई गुरु का खास रूप गुरु खालसा साध संगत जीओ। धनता दे पात्र हो वड्डियां भागां वाले हो वडभागी हर संगत पावै भागहीन परम चोटां खावै। निता प्रति गुरु चरना च हाजरियां भर के जगत गुरु श्री गुरु तेग बहादुर साहब जी महाराज जी दे पावन पवित्र स्थान ते नतमस्तक हो के कलगीधर पंथ दे वाली चिट्टियां बाजां वाले शमशेरे बहादुर दे गुर तेग के धनी पुत्रां दे दानी सतगुरु श्री गुरु गोबिंद सिंह साहब जी महाराज जी दे पावन पवित्र इतिहास दी लड़ीवार कथा बहुत ही अदब सत्कार और श्रद्धा सहित आप जी सरवण कर रहे।
ਗਰੀਬਨਵਾਜ ਪਾਤਸ਼ਾਹ ਚਲਦਿਆਂ ਬੁਰਹਾਨਪੁਰ ਨਗਰ ਪਹੁੰਚੇ ਨੇ। ਬੁਰਹਾਨਪੁਰ ਨਗਰ ਵਿੱਚ ਸਤਿਗੁਰਾਂ ਨੇ ਨਿਵਾਸ ਕੀਤਾ ਹੈ। ਇੱਥੋਂ ਦੀਆਂ ਸੰਗਤਾਂ ਨੇ ਭਾਵਨਾਦ ਬਸੈਤ ਸਤਿਗੁਰੂ ਜੀ ਦੇ ਦਰਸ਼ਨ ਪਰਸੇ ਨੇ। ਕਲਗੀਧਰ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ ਹਨ। ਬੁਰਹਾਨਪੁਰ ਵਿੱਚ ਪੁਰਾਣੇ ਸਮੇਂ ਤੋਂ ਮਹਾਰਾਜ ਜੀ ਦੇ ਸੇਵਕ ਸਿੱਖ ਵਸਦੇ ਨੇ, ਕਿਉਂਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਨਗਰ 'ਚ ਚਰਨ ਪਾ ਕੇ ਇੱਥੇ ਸਿੱਖੀ ਦਾ ਬੀਜ ਬੀਜਿਆ ਸੀ। ਤੋ ਸੰਗਤਾਂ ਅੰਦਰ ਬੜਾ ਚਾਅ ਸੀ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਇੱਕ ਲੰਮੀ ਉਮਰ ਦੇ ਮਹਾਤਮਾ ਸਾਧੂ ਇਸ ਨਗਰ 'ਚ ਰਹਿੰਦੇ ਸਨ। ਪਤਾ ਲੱਗਾ ਕਲਗੀਧਰ ਦੇ ਦਰਸ਼ਨਾਂ ਵਾਸਤੇ ਗੁਰੂ ਚਰਨਾਂ 'ਚ ਹਾਜ਼ਰ ਹੋਏ। ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਆਪਣੇ ਬਾਰੇ ਦੱਸਿਆ ਕਿ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸੀ, ਅਸਾਮ ਦੇ ਇਲਾਕੇ ਵਿੱਚ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ। ਕਲਗੀਧਰ ਜੀ, ਜਿਸ ਵਕਤ ਤੁਹਾਡਾ ਪ੍ਰਕਾਸ਼ ਹੋਇਆ ਸੀ, ਤੁਹਾਡੀ ਖਬਰ ਉੱਥੇ ਪਹੁੰਚੀ ਸੀ। ਮੈਂ ਬੇਨਤੀ ਕੀਤੀ ਸੀ ਨੌਵੇਂ ਪਾਤਸ਼ਾਹ ਕਿ ਮੈਨੂੰ ਇਸ ਬਾਲਕ ਬਾਰੇ ਦੱਸੋ, ਤਾਂ ਉਹਨਾਂ ਨੇ ਕਿਹਾ ਸੀ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਰ ਇਸ ਬਾਲਕ ਦੇ ਰੂਪ ਵਿੱਚ ਅਵਤਾਰ ਧਾਰਨ ਕਰਕੇ ਆਇਆ। ਮੈਂ ਦਰਸ਼ਨਾਂ ਦੀ ਕਾਂਖਾ ਕੀਤੀ ਸੀ ਤਾਂ ਉਹਨਾਂ ਕਿਹਾ ਸੀ ਦੱਖਣ ਦਿਸ਼ਾ ਨੂੰ ਚਲਾ ਜਾ, ਕਿਉਂਕਿ ਉਹ ਵੀ ਜੰਗ ਯੁੱਧਾਂ ਤੋਂ ਬਾਅਦ ਦੱਖਣ ਦਿਸ਼ਾ ਨੂੰ ਚੱਲ ਕੇ ਆਉਣਗੇ ਆਪਣੇ ਅੰਤਲੇ ਸਮੇਂ ਵਿੱਚ ਔਰ ਤੁਹਾਨੂੰ ਦਰਸ਼ਨ ਦੇਣਗੇ। ਉਸ ਦਿਨ ਤੋਂ ਬਾਅਦ ਮਹਾਰਾਜ ਮੈਂ ਇਸ ਨਗਰ ਬੁਰਹਾਨਪੁਰ ਵਿੱਚ ਆ ਕੇ ਰਹਿਣ ਲੱਗ ਪਿਆ। ਅੱਜ ਤੁਸੀਂ ਮੇਰੇ ਤੇ ਵੱਡੀ ਭਾਰੀ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਮੇਰੇ ਜੀਵਨ ਦੇ ਜਿਤਨੇ ਵੀ ਕੀਤੇ ਹੋਏ ਜਪ ਤਪ ਸਨ, ਕਰਮ ਸਨ, ਸਾਰੇ ਅੱਜ ਸਫਲ ਹੋ ਗਏ ਨੇ। ਮੇਰੀ ਜ਼ਿੰਦਗੀ ਸਫਲ ਹੋ ਗਈ ਹੈ ਮਹਾਰਾਜ। ਮੇਰੀ ਇੱਛਾ ਹੈ ਕਿ ਤੁਸੀਂ ਚੱਲ ਕੇ ਮੇਰੇ ਡੇਰੇ ਵਿੱਚ ਲੰਗਰ ਛਕੋ, ਪ੍ਰਸ਼ਾਦਾ ਛਕੋ ਆਪਣੇ ਸਿੰਘਾਂ ਸਮੇਤ। ਇਹ ਬੇਨਤੀ ਜਦੋਂ ਇਸ ਮਹਾਤਮਾ ਨੇ, ਸੰਤ ਜੀ ਨੇ ਸਤਿਗੁਰਾਂ ਦੇ ਚਰਨਾਂ 'ਚ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਰ ਰਹੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਤ ਸਾਧ ਕੇ ਬਚ ਅਰਖਾਏ। ਜਦੋਂ ਇਸ ਮਹਾਤਮਾ ਨੇ, ਜਦੋਂ ਇਸ ਸਾਧੂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ, ਬਚਨ ਬਿਲਾਸ ਕੀਤੇ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ। ਤੁਮ ਸਾਧਨ ਪਰਲੋਕ ਕਮਾਏ। ਮਹਾਰਾਜ ਜੀ ਕਹਿੰਦੇ ਸੰਤ ਜੀ, ਤੁਸੀਂ ਆਪਣੇ ਪਰਲੋਕ ਨੂੰ ਸਵਾਰਨ ਵਾਸਤੇ ਬਹੁਤ ਸਾਧਨ ਕਮਾਏ ਹਨ। ਤੁਸੀਂ ਆਪਣੇ ਇਸ ਜਨਮ ਨੂੰ ਸਵਾਰਿਆ ਹੈ ਔਰ ਆਪਣੇ ਪਰਲੋਕ ਦੇ ਰਸਤੇ ਨੂੰ ਸਿੱਧ ਕੀਤਾ, ਸਵਾਰਿਆ ਹੈ। ਮਾਨੁਖ ਜਨਮ ਕਿਰਤਾਰਥ ਕੀਨੋ। ਸੰਤ ਜੀ, ਤੁਸੀਂ ਆਪਣੇ ਇਸ ਮਨੁੱਖਾ ਜਾਮੇ ਨੂੰ, ਇਸ ਮਨੁੱਖੀ ਸਰੀਰ ਨੂੰ ਸਫਲ ਕਰ ਲਿਆ। ਤੁਹਾਡਾ ਇਹ ਜੀਵਨ ਸਕਾਰਥਾ ਹੋ ਗਿਆ ਹੈ। ਫੇਰ ਨਾ ਫੇਰਾ ਹੋਏ ਜਗ ਚੀਨੋ। ਤੁਹਾਡਾ ਹੁਣ ਮੁੜ ਕੇ ਸੰਸਾਰ ਦੇ ਵਿੱਚ ਫੇਰਾ ਨਹੀਂ ਹੋਵੇਗਾ। ਸੰਤ ਜੀ, ਤੁਸੀਂ ਜਨਮ ਤੇ ਮਰਨ ਤੋਂ ਮੁਕਤ ਹੋ ਗਏ ਹੋ। ਤੁਹਾਨੂੰ ਹੁਣ ਆਵਾਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਤੁਸੀਂ ਜਨਮ ਮਰਨ ਤੋਂ ਰਹਿਤ ਹੋ ਗਏ ਹੋ। ਖਾਲਸਾ ਜੀ, ਇਹ ਅਮੋਲਕ ਦਾਤ ਹੈ ਸਤਿਗੁਰਾਂ ਵੱਲੋਂ ਦਿੱਤੀ ਹੋਈ ਕਿ ਸਤਿਗੁਰੂ ਜੀ ਆਪਣੇ ਸਿੱਖ ਦਾ ਜਨਮ ਮਰਨ ਕੱਟ ਦਿੰਦੇ ਹਨ। ਸਤਿਗੁਰੂ ਆਪਣੇ ਸਿੱਖ ਦੇ ਬੰਧਨ ਕੱਟ ਦਿੰਦੇ ਹਨ। ਸਤਿਗੁਰੂ ਸਿੱਖ ਕੇ ਬੰਧਨ ਕੱਟ ਹੈ। ਸਤਿਗੁਰੂ ਜੀ ਆਪਣੇ ਸਿੱਖ ਦੇ ਬੰਧਨ ਨਿਵਾਰ ਦਿੰਦੇ ਨੇ, ਜਨਮ ਮਰਨ ਨਿਵਾਰ ਦਿੰਦੇ ਨੇ। ਇਸ ਮਹਾਤਮਾ ਨੂੰ ਗੁਰਦੇਵ ਨੇ ਬਚਨ ਕੀਤਾ, ਆਖਿਆ ਸੰਤ ਜੀ,
ਤੁਹਾਡਾ ਜਨਮ ਮਰਨ ਕੱਟਿਆ ਗਿਆ ਹੈ। ਤਜ ਵਿਕਾਰ ਉਜਲ ਮਨ ਕੀਓ। ਤੁਸੀਂ ਆਪਣੇ ਹਿਰਦੇ ਚੋਂ ਵਿਕਾਰਾਂ ਦਾ ਤਿਆਗ ਕਰਕੇ ਆਪਣੇ ਹਿਰਦੇ ਨੂੰ ਉਜਵਲ ਕਰ ਲਿਆ। ਆਪਣੇ ਹਿਰਦੇ ਨੂੰ ਉਜਵਲ ਯਾਨੀ ਕਿ ਨਿਰਮਲ ਕਰ ਲਿਆ, ਪਵਿੱਤਰ ਕਰ ਲਿਆ ਹੈ। ਰੰਗ ਦਿੜ ਦਿਓ। ਜਿੱਥੇ ਤੁਸੀਂ ਆਪਣੇ ਪਾਪਾਂ ਤੋਂ ਰਹਿਤ ਕਰਕੇ ਨਿਰਮਲ ਕੀਤਾ ਹੈ, ਉੱਥੇ ਤੁਸੀਂ ਆਪਣੇ ਮਨ ਨੂੰ ਪਰਮੇਸ਼ਰ ਦੇ ਸੱਚੇ ਨਾਮ ਦੇ ਰੰਗ ਵਿੱਚ ਰੰਗ ਲਿਆ ਹੈ। ਨਿਰੰਕਾਰ ਦੇ ਸੱਚੇ ਨਾਮ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗਿਆ ਹੈ। ਉਤਰੇ ਨੇ ਜੋ ਰੰਗ ਬੋ ਗਾਡੀ। ਜਿਹੜਾ ਰੰਗ ਤੁਹਾਡੇ ਹਿਰਦੇ ਨੂੰ ਚੜਿਆ, ਇਹ ਨਾਮ ਦਾ ਰੰਗ ਹੈ। ਔਰ ਹੈ ਸੰਤ ਜੀ, ਇਹ ਨਾਮ ਦਾ ਰੰਗ ਜਿਨ੍ਹਾਂ ਦੇ ਹਿਰਦਿਆਂ ਤੇ ਚੜ ਜਾਂਦਾ, ਇਹ ਰੰਗ ਉਤਰਦਾ ਨਹੀਂ ਹੈ। ਇਹ ਰੰਗ ਕਦੇ ਲੱਥਦਾ ਨਹੀਂ ਹੈ। ਇਹ ਰੰਗ ਨਾ ਕਦੇ ਮੈਲਾ ਹੁੰਦਾ, ਨਾ ਕਦੇ ਪੁਰਾਣਾ ਹੁੰਦਾ। ਹੋਏ ਨਾ ਪੁਰਾਤਨ ਦਿਨ ਦਿਨ ਬਾਡੀ। ਇਹ ਰੰਗ ਐਸਾ ਵੀ ਇਹ ਪੁਰਾਣਾ ਨਹੀਂ ਹੁੰਦਾ, ਸਗੋਂ ਦਿਨ ਪ੍ਰਤੀ ਦਿਨ ਇਹ ਰੰਗ ਹੋਰ ਵੱਧਦਾ ਚੱਲਿਆ ਜਾਂਦਾ। ਰੰਗ ਲਾਗਤ 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 ਹੈ। ਇਹ ਰੰਗ ਸਗੋਂ ਦਿਨ ਪ੍ਰਤੀ ਦਿਨ ਹੋਰ ਲੱਗਦਾ ਚੱਲਿਆ ਜਾਂਦਾ। ਇਹ ਪੁਰਾਣਾ ਨਹੀਂ ਹੁੰਦਾ, ਇਹ ਜੀਰਣ ਨਹੀਂ ਹੁੰਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਇਹ ਨਿਤ ਨਵਾਂ ਰੰਗ ਹੈ ਔਰ ਨਿਤ ਵੱਧਦਾ ਚੱਲਿਆ ਜਾਂਦਾ ਹੈ। ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨ੍ਹਾਂ ਨੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਪ੍ਰੇਮ ਨਾਲ ਵਸ ਕਰ ਲਿਆ ਹੈ। ਪਰਮਾਤਮਾ ਕੇਵਲ ਪ੍ਰੇਮ ਨਾਲ ਹੀ ਵਸ ਆਉਂਦਾ, ਸਿਆਣਪਾਂ ਨਾਲ, ਚਤਰਾਈਆਂ ਨਾਲ, ਧਨ ਨਾਲ, ਸੰਪਦਾ ਨਾਲ, ਵਿਭੂਤੀ ਨਾਲ, ਬਲ ਨਾਲ ਪਰਮੇਸ਼ਰ ਵਸ ਨਹੀਂ ਆਉਂਦਾ। ਪਾਰ ਬ੍ਰਹਮ ਪਰਮੇਸ਼ਰ ਕੇਵਲ ਤਾਂ ਕੇਵਲ ਪ੍ਰੇਮ ਕੀਤਿਆਂ ਵਸ ਆਉਂਦਾ ਹੈ। ਤੋ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਪ੍ਰੇਮ ਸਹਿਤ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਸ ਕਰ ਲਿਆ, ਤਿਨ ਕੋ ਕਹਿਓ ਨਾ ਕਿਉਂ ਹਮ ਮਨੈ। ਉਹਨਾਂ ਦਾ ਕਿਹਾ ਭਲਾ ਅਸੀਂ ਕਿਉਂ ਨਾ ਮੰਨੀਏ। ਕਿਉਂਕਿ ਸੰਤ ਜੀ ਨੇ ਕਿਹਾ ਸੀ, ਮਹਾਰਾਜ ਮੇਰੇ ਡੇਰੇ ਤੇ ਚੱਲ ਕੇ ਚਰਨ ਪਾ ਕੇ ਭੋਜਨ ਛਕੋ। ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਪ੍ਰੇਮ ਨਾਲ ਪਰਮੇਸ਼ਰ ਨੂੰ ਵਸ ਕਰ ਲਿਆ, ਇਹੋ ਜਿਹੇ ਮਹਾਂਪੁਰਸ਼ਾਂ ਦਾ, ਇਹੋ ਜਿਹੇ ਸਤਪੁਰਸ਼ਾਂ ਦਾ ਕਹਿਣਾ ਭਲਾ ਅਸੀਂ ਕਿਉਂ ਨਾ ਮੰਨਾਂਗੇ। ਜਾਂ ਤੇ ਨਿਤ ਆਇਸੇ ਅਨੁਸਾਰੀ। ਇਸ ਕਰਕੇ ਇਹੋ ਜਿਹੇ ਪਰਮੇਸ਼ਰ ਨਾਲ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਭਗਤ ਨੇ, ਮਹਾਰਾਜ ਜੀ ਕਹਿੰਦੇ ਮੈਂ ਤਾਂ ਸਦਾ ਹੀ ਉਹਨਾਂ ਦੀ ਆਗਿਆ ਦੇ ਅਨੁਸਾਰੀ ਹਾਂ। ਜਿਹੜੇ ਪਰਮੇਸ਼ਰ ਨਾਲ ਪ੍ਰੇਮਾ ਭਗਤੀ ਕਰਦੇ ਨੇ, ਮੈਂ ਸਦਾ ਉਹਨਾਂ ਦੇ ਅਨੁਸਾਰੀ ਹਾਂ। ਕਿਉਂ ਨਾ ਆਏ ਤੁਮ ਸਦਨ ਮਝਾਰੀ। ਸੰਤ ਜੀ, ਮਹਾਤਮਾ ਜੀ, ਅਸੀਂ ਕਿਉਂ ਨਾ ਆਵਾਂਗੇ ਤੁਹਾਡੇ ਘਰ? ਜ਼ਰੂਰ ਆਵਾਂਗੇ ਤੁਹਾਡੇ ਘਰ, ਤੁਹਾਡੇ ਆਸ਼ਰਮ ਵਿੱਚ ਜ਼ਰੂਰ ਆਪਣੇ ਸੇਵਕਾਂ ਸਮੇਤ ਆਵਾਂਗੇ। ਇਤਿਆਦਿਕ ਬਚ ਕੈ ਸੁਨ ਕਰਕੇ। ਇਤਿਆਦਿਕ ਬਚਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਮਹਾਤਮਾ ਨਾਲ ਕਹੇ ਤੇ ਸੁਣੇ ਹਨ। ਗਇਓ ਸੰਤ ਔਰ ਆਨੰਦ ਧਰ ਕੇ। ਇਹ ਸੰਤ ਜੀ ਹਿਰਦੇ ਦੇ ਬੜੇ ਵੱਡੇ ਪਰਮ ਚਾਅ ਤੇ ਆਨੰਦ ਨਾਲ ਆਪਣੇ ਆਸ਼ਰਮ ਵਿੱਚ ਗਏ। ਘਰ ਮੈਂ ਜਾਏ ਤਿਆਰ ਕਰ ਤੂਰਨ। ਜਿੱਥੇ ਇਸ ਮਹਾਤਮਾ ਦਾ ਘਰ ਸੀ, ਛੇਤੀ ਨਾਲ ਜਾ ਕੇ ਘਰ ਦੇ ਵਿੱਚ ਤਿਆਰੀ ਕਰਵਾਈ। ਨਾਨਾ ਸੋਜਨ ਭੋਜਨ ਪੂਰਨ। ਔਰ ਲੰਗਰ ਪ੍ਰਸ਼ਾਦੇ ਦੀ ਤਿਆਰੀ ਆਰੰਭੀ। ਨਾਨਾ ਪ੍ਰਕਾਰ ਦਾ ਜੋ ਸਾਜ ਸਮਾਨ ਚਾਹੀਦਾ ਸੀ ਲੰਗਰਾਂ ਵਾਸਤੇ, ਉਹ ਸਾਰਾ ਇਸ ਮਹਾਤਮਾ ਨੇ ਲਿਆਂਦਾ। ਸੂਪਕਾਰ ਬੋ ਚਤੁਰ ਲਗਾਏ। ਜਿਹੜੇ ਚੰਗੇ ਰਸੋਈਏ ਸਨ, ਚੰਗੇ ਲਾਂਗਰੀ ਸਨ, ਸਵੱਛਤਾ ਤੇ ਪਵਿੱਤਰਤਾ ਨਾਲ ਭੋਜਨ ਤਿਆਰ ਕਰਨ ਵਾਲੇ, ਉਹ ਲਾਂਗਰੀ ਲਾ ਦਿੱਤੇ। ਖਟ ਰਸ ਸਵਾਦ ਅਨੇਕ ਬਣਾਏ। ਜਿਨ੍ਹਾਂ ਨੇ 6 ਰਸਾਂ ਦੇ ਸਹਿਤ ਭੋਜਨ ਤਿਆਰ ਕੀਤੇ, ਖੱਟੇ, ਤੁਰਸ, ਚਰਪਰੇ, ਮਿੱਠੇ, ਸਲੂਣੇ, ਤਿੱਖੇ, ਏਦਾਂ 6 ਰਸਾਂ ਦੇ ਸਹਿਤ ਜਿਹੜੇ ਭੋਜਨ ਹਨ, ਉਹ ਲਾਂਗਰੀਆਂ ਨੇ ਤਿਆਰ ਕੀਤੇ। ਦਦੀ ਦੁਗਧ ਮਿਸ਼ਟਾਨ ਕਨੇਰੇ। ਦਹੀਂ ਤਿਆਰ ਕੀਤੀ। ਦਹੀਂ ਵਿੱਚ ਕਈ ਪ੍ਰਕਾਰ ਦੇ ਵੜੇ, ਜੀਰਾ ਆਦਿਕ ਪਾ ਕੇ ਦਹੀਂ ਦੇ ਵਿੱਚ ਦਹੀਂ ਤਿਆਰ ਕੀਤੀ।
ਦੁੱਧ ਤੇ ਦੁੱਧ ਤੋਂ ਕਈ ਪ੍ਰਕਾਰ ਦੇ ਪਕਵਾਨ ਬਣਾਏ, ਦੁੱਧ ਦੀ ਖੀਰ ਬਣਾਈ। ਫਿਰ ਉਸੇ ਦੁੱਧ ਤੋਂ ਹੋਰ ਵੀ ਕਈ ਪ੍ਰਕਾਰ ਦੇ ਪਕਵਾਨ ਮਠਿਆਈਆਂ ਬਣਾਈਆਂ। ਤੁਰਸ਼ਾਈ ਜੁਤੇ ਅਸਨ ਬਡੇਰੇ। ਜਿਵੇਂ ਖੱਟੇ ਪਦਾਰਥ ਹੁੰਦੇ ਆ, ਇਮਲੀ ਵਗੈਰਾ ਪਾ ਕੇ, ਚਟਣੀ ਕੁੱਟ ਕੇ, ਅਨਾਰਦਾਣਾ ਵਗੈਰਾ ਪਾ ਕੇ, ਜੋ ਖੱਟੇ ਪਦਾਰਥ ਹੁੰਦੇ ਆ ਤੁਰਸਾਈ ਸਹਿਤ, ਉਹ ਵੀ ਤਿਆਰ ਕੀਤੇ। ਲੱਸੀ ਤਿਆਰ ਕੀਤੀ। ਦਾਲ ਮਸਾਲੇ ਜਾਲ ਬਿਸਾਲੇ। ਉਹਨਾਂ 'ਚ ਕਈ ਪ੍ਰਕਾਰ ਦੇ ਜਿਹੜੇ ਮਸਾਲੇ ਵਗੈਰਾ ਹਨ ਉਹ ਪਾ ਕੇ ਲੰਗਰ ਪ੍ਰਸ਼ਾਦਾ ਸੋਹਣੇ ਢੰਗ ਨਾਲ ਤਿਆਰ ਕਰਵਾਇਆ। ਸਵਾਦ ਸੁਗੰਧਿਤ ਬਹੁ ਰਸ ਨਾਲੇ। ਬੜੇ ਸਵਾਦਾਂ ਦੇ ਨਾਲ ਸੁਗੰਧੀ ਵਾਲਾ, ਜਿਹਦੇ 'ਚ ਬਹੁ ਪ੍ਰਕਾਰ ਦੇ ਰਸ ਨੇ, ਇਹੋ ਜਿਹੇ ਭੋਜਨ ਤਿਆਰ ਕਰਾਏ ਰੀਝ ਨਾਲ। ਸੰਤ ਜੀ ਨੇ ਕਿ ਕਲਗੀਧਰ ਜੀ ਨੇ ਆਉਣਾ, ਸਤਿਗੁਰਾਂ ਨੇ ਭੋਜਨ ਛਕਣਾ, ਆਪਣੀ ਪੂਰੀ ਰੀਝ ਲਾ ਕੇ ਕਈ ਤਰ੍ਹਾਂ ਦੇ ਪਕਵਾਨ, ਕਈ ਤਰ੍ਹਾਂ ਦੇ ਭੋਜਨ ਇਸ ਮਹਾਤਮਾ ਨੇ ਤਿਆਰ ਕਰਵਾਏ। ਜਾਮ ਦਿਵਸ ਜਬ ਸੂਰਜ ਆਇਓ। ਜਦੋਂ ਜਾਮ ਦਿਵਸ ਯਾਨੀ ਕਿ ਦਿਨ ਚੜ ਗਿਆ, ਇੱਕ ਪਹਿਰ ਦਿਨ ਬੀਤ ਗਿਆ, ਸੂਰਜ ਉਦੇ ਹੋ ਗਿਆ। ਏ ਤੇ ਹਕਾਰਨ ਸਾਧ ਸਿਧਾਇਓ। ਤੋ ਸਤਿਗੁਰੂ ਜੀ ਨੂੰ ਬੇਨਤੀ ਕਰਨ ਵਾਸਤੇ ਇਹ ਮਹਾਤਮਾ, ਇਹ ਸਾਧੂ ਆਪ ਚੱਲ ਕੇ ਗਏ। ਕਰ ਬੰਧਨ ਕੋ ਤੁਰੰਗ ਚੜਾਏ। ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ, ਨਮਸਕਾਰ ਕਰਕੇ, ਬੜੇ ਅਦਬ ਨਾਲ ਸਤਿਗੁਰਾਂ ਨੂੰ ਘੋੜੇ ਤੇ ਸਵਾਰ ਕਰਕੇ, ਸੰਗ ਖਾਲਸਾ ਚੱਲ ਸਮੁਦਾਏ। ਇਹ ਲੈ ਕੇ ਚੱਲ ਪਿਆ ਕਲਗੀਧਰ ਜੀ ਦੇ ਨਾਲ ਮਹਾਰਾਜ ਜੀ ਦਾ ਖਾਲਸਾ। ਸਤਿਗੁਰਾਂ ਦੇ ਸਾਜੇ ਨਵਾਜੇ ਹੋਏ ਸਿੰਘ ਵੀ ਮਹਾਰਾਜ ਜੀ ਦੇ ਨਾਲ ਚੱਲੇ ਹਨ। ਅਪਰ ਚਲੇ ਸਿੱਖ ਸੰਗਤ ਸਾਰੇ। ਬਹੁਤ ਸਾਰੀਆਂ ਸਿੱਖ ਸੰਗਤਾਂ ਬੁਰਹਾਨਪੁਰ ਦੀਆਂ ਰਹਿਣ ਵਾਲੀਆਂ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਇਸ ਮਹਾਤਮਾ ਦੇ, ਇਸ ਸਾਧੂ ਦੇ ਘਰ ਨੂੰ ਚੱਲੇ। ਧਾਰ ਕਾਮਨਾ ਸਾਦੇ ਹਕਾਰੇ। ਸਾਧੂ ਨੇ ਬੜੀ ਭਾਵਨਾ ਧਾਰਨ ਕਰਕੇ, ਆਪਣੇ ਹਿਰਦੇ 'ਚ ਪ੍ਰੇਮ ਕਾਮਨਾ ਧਾਰਨ ਕਰਕੇ ਸਤਿਗੁਰੂ ਜੀ ਨੂੰ ਬੁਲਾਇਆ। ਅਧਿਕ ਪੀਰ ਗੁਰ ਕੇ ਸੰਗ ਹੋਈ। ਕਲਗੀਧਰ ਜੀ ਜਿੱਥੇ ਆਪ ਆਏ, ਸਤਿਗੁਰਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਆਈਆਂ ਚੱਲ ਕੇ। ਚੰਗਾ ਵੱਡਾ ਭਾਰੀ ਇਕੱਠ ਸਤਿਗੁਰਾਂ ਦੇ ਨਾਲ ਹੋ ਗਿਆ। ਪੁਰ ਜਨ ਸਿੰਘ ਚਲੇ ਸਭ ਕੋਈ। ਫਿਰ ਨਗਰ ਦੇ ਜਿਹੜੇ ਲੋਕ ਸਨ ਉਹ ਵੀ ਆਏ, ਮਹਾਤਮਾ ਦਾ ਪ੍ਰੇਮ ਭਾਵਨਾ ਜਾਣ ਕੇ। ਸਤਿਗੁਰੂ ਜੀ ਦੇ ਨਾਲ ਬਹੁਤ ਸਾਰੇ ਸਿੰਘ ਨੇ, ਉਹ ਵੀ ਆਏ ਹਨ। ਸਤ ਸੰਗਤ ਪਾ ਮੇਲ ਬਿਸਾਲਾ। ਏਦਾਂ ਸਤ ਸੰਗਤ ਮੇਲਾ ਹੋਇਆ ਹੈ। ਬੇਅੰਤ ਸੰਗਤਾਂ ਦਾ ਸੰਗਤੀ ਰੂਪ ਦੇ ਵਿੱਚ ਮੇਲ ਹੋਇਆ, ਇਕੱਤਰਤਾ ਆਈ ਹੋਈ। ਪਹੁੰਚੇ ਜਾਏ ਸਾਧ ਕੀ ਸ਼ਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਮਹਾਤਮਾ ਦੇ ਸਾਧੂ ਦੇ ਘਰ ਆ ਗਏ, ਜਿੱਥੇ ਨੇ ਪ੍ਰਬੰਧ ਕੀਤਾ ਸੀ ਸਤਿਗੁਰਾਂ ਦੇ ਬੈਠਣ ਦਾ। ਅਨੇਕ ਪੰਗਤਾਂ ਕਰ ਬੈਠਾਈ। ਜਿੰਨੀ ਸੰਗਤ ਸੀ ਸਾਰੀ ਸੰਗਤ ਨੂੰ ਪੰਗਤਾਂ ਲਾ ਕੇ ਪੰਗਤ ਵਿੱਚ ਬਿਠਾ ਦਿੱਤਾ। ਚੌਂਕੀ ਵਿੱਚ ਵਿਸਾਲ ਡਸਾਈ। ਕਲਗੀਧਰ ਪਾਤਸ਼ਾਹ ਜੀ ਦੇ ਬੈਠਣ ਵਾਸਤੇ ਇੱਕ ਵੱਡੀ ਚੌਂਕੀ ਡਾਈ ਹੈ। ਛਾਦੀ ਬਿਸਤ ਬਸਤਰ ਕੇ ਸਾਥ। ਉਹਦੇ ਉੱਤੇ ਚਿੱਟੇ ਰੰਗ ਦਾ ਵਿਛਾਉਣਾ ਪਾ ਕੇ, ਬੜੀ ਸੋਹਣੀ ਵਿਛਾਈ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਆਸਣ ਵੱਖਰਾ ਲਾਇਆ ਹੈ। ਸਾਦਰ ਤੈਂ ਬੈਠਾਰੇ ਨਾਥ। ਬੜੇ ਅਦਬ ਸਤਕਾਰ ਨਾਲ ਸਤਿਗੁਰੂ ਜੀ ਨੂੰ ਉਸ ਚੌਂਕੀ ਦੇ ਉੱਤੇ ਸੰਤ ਜੀ ਨੇ ਪ੍ਰੇਮ ਭਾਵਨਾ ਨਾਲ ਨਮਸਕਾਰ ਕਰਕੇ ਬਿਠਾਇਆ। ਥਾਲ ਵਿਸਾਲ ਪਰੋਸ ਉਤਾਲਾ। ਸਤਿਗੁਰੂ ਜੀ ਦੇ ਸਨਮੁਖ ਇੱਕ ਵੱਡਾ ਥਾਲ ਉਹ ਪਰੋਸਿਆ ਹੈ, ਔਰ ਜਿਹਦੇ ਤੇ ਥਾਲ ਰੱਖਣਾ, ਥਾਲ ਰੱਖਣ ਲਈ ਇੱਕ ਚੌਂਕੀ ਮਹਾਰਾਜ ਜੀ ਦੇ ਅੱਗੇ ਰੱਖੀ ਹੈ। ਉਹਦੇ ਤੇ ਵੱਡਾ ਥਾਲ ਮਹਾਰਾਜ ਜੀ ਲਈ ਪਰੋਸਿਆ ਹੈ। ਆਦ ਤਿਹਾਵਲ ਜਿਨ ਰਸ ਜਾਲਾ। ਔਰ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਜਿਹੜਾ ਉਹ ਮਹਾਰਾਜ ਜੀ ਦੇ ਥਾਲ 'ਚ ਪਰੋਸਿਆ। ਉਹਦੇ ਤੋਂ ਇਲਾਵਾ ਜਿਹੜੇ ਹੋਰ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਸਨ ਉਹ ਮਹਾਰਾਜ ਜੀ ਦੇ ਥਾਲ ਵਿੱਚ ਪਰੋਸੇ। ਧਰਿਓ ਪ੍ਰਭੂ ਕੇ ਆਨੇ ਅਗਾਰੀ। ਔਰ ਵੱਡਾ ਥਾਲ ਤਿਆਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਲਈ ਮਹਾਰਾਜ ਜੀ ਦੇ ਸਨਮੁਖ ਉਹ ਥਾਲ ਟਿਕਾਇਆ। ਸੀਤ ਸੁਗੰਧਤ ਦੇ ਕਰ ਬਾਰੀ। ਔਰ ਕਹਿੰਦੇ ਨਾਲ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ ਹੋਈ ਸੀ ਤੇ ਪਾਣੀ ਦਾ ਛਿੜਕਾਵ ਕੀਤਾ ਹੋਇਆ ਸੀ
ਤੇ ਠੰਡੀ ਹਵਾ ਜਿਹੜੀ ਆ ਉਹ ਝੱਲਦੇ ਹਨ। ਸਭ ਪੰਗਤ ਕੋ ਪਰਸਨਹਾਰੀ। ਕਹਿੰਦੇ ਸਾਰੀ ਸੰਗਤ ਨੂੰ ਪਰੋਸਣ ਵਾਲੇ ਜਿਹੜੇ ਵਰਤਾਰੇ ਸਨ ਉਹ ਵਰਤਾਵੇ ਲੱਗ ਗਏ। ਤੂਰਨ ਦਏ ਪਰੋਸ ਆਹਾਰੇ। ਬਸ ਵੇਖਦਿਆਂ ਵੇਖਦਿਆਂ ਪਲਾਂ 'ਚ ਹੀ ਸਾਰਿਆਂ ਅੱਗੇ ਭੋਜਨ ਪਰੋਸ ਦਿੱਤਾ ਵਰਤਾਵਿਆਂ ਨੇ। ਪਲਾਂ ਵਿੱਚ ਹੀ ਸਾਰਿਆਂ ਅੱਗੇ ਲੰਗਰ ਪਰੋਸ ਦਿੱਤਾ। ਪਰੋਸਣ ਵਾਲੇ ਬੜੇ ਫੁਰਤੀ ਦੇ ਨਾਲ ਪਰੋਸਦੇ ਆ, ਨਾਲੇ ਲੰਗਰ ਨੂੰ ਪੂਰਨ ਅਦਬ ਦੇ ਨਾਲ ਸਾਰਿਆਂ ਦੀਆਂ ਥਾਲਾਂ ਵਿੱਚ ਪਾਉਂਦੇ ਆ। ਇਹ ਨਹੀਂ ਵੀ ਥੱਲੇ ਅੱਧਾ ਥਾਲੀ 'ਚ ਪਾਈ ਜਾਣ ਤੇ ਕਾਹਲੀ ਨਾਲ ਅੱਧਾ ਸੁੱਟੀ ਜਾਣ, ਜਿਵੇਂ ਅੱਜ ਕੱਲ ਸਾਡੇ ਕਈ ਵੀਰ ਕਰਦੇ ਆ ਨਾ ਲੰਗਰ ਵਰਤਾਉਣ ਵੇਲੇ। ਚਲੋ ਠੀਕ ਹੈ, ਫੁਰਤੀ ਹੋਣੀ ਚਾਹੀਦੀ ਹੈ, ਪਰ ਇੰਨੀ ਵੀ ਨਾ ਹੋਵੇ ਵੀ ਅੱਧਾ ਥਾਲੀ 'ਚ ਪਵੇ ਤੇ ਅੱਧਾ ਥੱਲੇ ਫਰਸ਼ ਤੇ ਰੁੜੀ ਜਾਵੇ। ਗੁਰੂ ਕਾ ਲੰਗਰ ਹੈ, ਸਤਿਗੁਰਾਂ ਦਾ ਭੋਗ ਲੱਗਾ ਹੋਇਆ ਭੋਜਨ ਹੈ, ਉਹਦਾ ਅਦਬ ਦੇ ਨਾਲ ਸਤਿਕਾਰ ਨਾਲ ਉਹ ਥਾਲ ਵਿੱਚ ਹੀ ਪਵੇ ਤੇ ਉਹਦੀ ਬੇਅਦਬੀ ਨਾ ਹੋਵੇ, ਉਹ ਵੇਸਟ ਨਾ ਜਾਵੇ। ਇਹ ਯਤਨ ਸਾਨੂੰ ਗੁਰੂ ਕੇ ਲੰਗਰਾਂ ਵਿੱਚ ਕਰਨਾ ਚਾਹੀਦਾ, ਛਕਣ ਵਾਲਿਆਂ ਨੂੰ ਵੀ ਤੇ ਵਰਤਾਉਣ ਵਾਲਿਆਂ ਨੂੰ ਵੀ। ਤੂੰ ਸਤਿਗੁਰੂ ਜੀ ਦੇ ਨਾਲ ਜਿੰਨੀ ਸੰਗਤ ਸੀ ਸਾਰੀ ਸੰਗਤ ਬੈਠ ਗਈ, ਸਾਰਿਆਂ ਅੱਗੇ ਬੜੇ ਅਦਬ ਨਾਲ ਸਤਿਕਾਰ ਨਾਲ ਭੋਜਨ ਪਰੋਸਣ ਵਾਲਿਆਂ ਨੇ ਪਰੋਸਿਆ ਤੇ ਮਿੰਟਾਂ ਸਕਿੰਟਾਂ 'ਚ ਹੀ ਭੋਜਨ ਪਰੋਸ ਦਿੱਤਾ। ਅਚਵਨ ਲਗੇ ਕੋਰ ਮੁਖ ਪਾਈ। ਪ੍ਰਸ਼ਾਦਾ ਛਕਣ ਲੱਗੇ ਤੇ ਕੌਰੀ ਤੋੜ ਕੇ ਮੁਖ ਵਿੱਚ ਪਾਈ। ਸ਼੍ਰੀ ਗੁਰ ਸਵਾਦ ਅਚ ਤ੍ਰਿਪਤਾਈ। ਬੜਾ ਸਵਾਦੀ ਭੋਜਨ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਗੁਰਦੇਵ ਨੂੰ ਤਾਂ ਸਵਾਦ ਖਾਲਸਾ ਜੀ ਪ੍ਰੇਮ ਦਾ ਹੈ, ਪ੍ਰਸ਼ਾਦਿਆਂ ਦੇ ਭੋਜਨਾਂ ਦੇ ਰਸਾਂ ਦੇ ਸਵਾਦਾਂ 'ਚ ਨਹੀਂ ਮਹਾਰਾਜ ਜੀ ਉਲਝਦੇ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਆਪਣੇ ਸੇਵਕਾਂ ਦੇ ਹਿਰਦੇ ਦਾ ਪ੍ਰੇਮ ਭਾਵ ਵੇਖਦੇ ਐ। ਇਸ ਮਹਾਤਮਾ ਦੇ ਅੰਦਰ ਜਿਹੜੀ ਪ੍ਰੀਤ ਸੀ, ਪ੍ਰੇਮ ਸੀ, ਉਸ ਪ੍ਰੇਮ ਦੇ ਰਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਚਖਦੇ ਨੇ ਔਰ ਉਸ ਭੋਜਨ ਵਿੱਚੋਂ ਵੀ ਉਹ ਪ੍ਰੇਮ ਦਾ ਹੀ ਸਵਾਦ ਆਉਂਦਾ ਹੈ। ਕਰਿਓ ਸਰਾਹਨ ਬਬਿੱਧ ਆਹਾਰਾ। ਮਹਾਰਾਜ ਜੀ ਨੇ ਸਲਾਘਾ ਕੀਤੀ, ਆਖਿਆ ਸੰਤ ਜੀ ਬੜਾ ਵਧੀਆ ਭੋਜਨ ਤਿਆਰ ਕੀਤਾ, ਸੋਹਣੇ ਢੰਗ ਨਾਲ ਤਰੀਕੇ ਨਾਲ ਪਕਵਾਨ ਬਣਾਏ ਹਨ। ਸਭ ਤ੍ਰਿਪਤੇ ਲੈ ਸਵਾਦ ਉਦਾਰਾ। ਜਿੰਨੇ ਸੰਗਤ ਛਕਣ ਵਾਲੀ ਸੀ ਸਾਰਿਆਂ ਨੇ ਛਕਿਆ ਤੇ ਛਕ ਕੇ ਸਾਰੇ ਤ੍ਰਿਪਤ ਹੋਏ। ਸਭ ਨੇ ਸਲਾਘਾ ਕੀਤੀ ਕਿ ਭੋਜਨ ਬੜਾ ਸਵਾਦੀ ਬਣਿਆ ਹੈ। ਪੁਰ ਜਨ ਪਨੇ ਪ੍ਰਥਮ ਕਈ ਬਾਰ। ਜਿਹੜੇ ਬੁਰਹਾਨਪੁਰ ਨਗਰ ਦੇ ਨਿਵਾਸੀ ਸਨ ਉਹ ਕਹਿੰਦੇ ਅਸੀਂ ਅੱਗੇ ਵੀ ਕਈ ਵਾਰ ਇਹ ਮਹਾਂਪੁਰਸ਼ ਬ੍ਰਹਮ ਭੋਜ ਕਰਦੇ ਹੁੰਦੇ ਨੇ, ਇਹ ਭੋਜਨ ਛਕਾਉਂਦੇ ਹੁੰਦੇ ਨੇ। ਅੱਗੇ ਵੀ ਕਈ ਵਾਰ ਅਸੀਂ ਇਹਨਾਂ ਦੇ ਆਸ਼ਰਮ ਵਿੱਚ ਡੇਰੇ 'ਚ ਆ ਕੇ ਭੋਜਨ ਛਕਿਆ, ਭਏ ਆਹਾਰ ਨ ਸਵਾਦ ਉਦਾਰ। ਪਰ ਜਿੰਨਾ ਸਵਾਦ ਭੋਜਨ ਅੱਜ ਬਣਿਆ, ਅੱਜ ਤੋਂ ਪਹਿਲਾਂ ਕਦੇ ਇੰਨਾ ਸਵਾਦੀ ਭੋਜਨ ਅਸੀਂ ਨਹੀਂ ਛਕਿਆ। ਇਹ ਸੰਤ ਜੀ ਅੱਗੇ ਵੀ ਭੋਜਨ ਛਕਾਉਂਦੇ ਹੁੰਦੇ ਆ ਸਾਰਿਆਂ ਨੂੰ, ਇਹ ਬ੍ਰਹਮ ਭੋਜ ਕਰਦੇ ਹੁੰਦੇ ਆ, ਪਰ ਏਦਾਂ ਦਾ ਭੋਜਨ ਜਿਹੜਾ ਅੱਜ ਅਸੀਂ ਛਕਿਆ, ਸਵਾਦ ਵਾਲਾ, ਰਸ ਵਾਲਾ, ਐਸਾ ਭੋਜਨ ਅਸੀਂ ਪਹਿਲਾਂ ਕਦੇ ਨਹੀਂ ਛਕਿਆ। ਧੰਨ ਸਾਧ ਜਿਨ ਕੀਏ ਅਸ ਮੇਲ। ਕਹਿੰਦੇ ਧੰਨ ਹਨ ਇਹ ਸੰਤ ਜੀ, ਇਹ ਮਹਾਤਮਾ ਜੀ ਧੰਨ ਹਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਨਾਲ ਐਸਾ ਮੇਲ ਤੇ ਮਿਲਾਪ ਕੀਤਾ। ਕਰਿਓ ਅਸਨ ਬੋ ਸਵਾਦਨ ਮੇਲ। ਔਰ ਕਈ ਤਰ੍ਹਾਂ ਦੇ ਸਵਾਦਾਂ ਨੂੰ ਮੇਲ ਕੇ ਇਹ ਭੋਜਨ, ਇਹ ਅਸਨ ਤਿਆਰ ਕੀਤਾ ਹੈ। ਚੁਰਾ ਕਰੇ ਪ੍ਰਭ ਕੇ ਟਿਗ ਆਇਓ। ਏਦਾਂ ਚੁਰਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਆਏ। ਦੀਨ ਹੋਏ ਪਾਇਨ ਲਪਟਾਇਓ। ਜਦੋਂ ਸਤਿਗੁਰੂ ਜੀ ਨੇ ਭੋਜਨ ਛਕ ਕੇ ਚੂੜਾ ਕਰ ਲਿਆ, ਹੱਥ ਤਗੜੇ ਕਰ ਲਏ ਸਤਿਗੁਰਾਂ ਨੇ। ਖਾਲਸੇ ਦੇ ਬੋਲੇ 'ਚ ਹੱਥ ਧੋਣ ਨੂੰ ਹੱਥ ਤਗੜਾ ਕਰਨਾ ਕਹਿੰਦੇ ਨੇ। ਚੂੜਾ ਕਰਕੇ ਹੱਥ ਤਗੜੇ ਕਰ ਚੁੱਕੇ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਇਹ ਸੰਤ ਜੀ ਆਏ। ਬੜੇ ਦੀਨ ਮਨੇ ਹੋ ਕੇ ਵਨਿਮਰ ਭਾਵ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਸ ਮਹਾਂਪੁਰਸ਼ ਨੇ, ਇਸ ਮਹਾਤਮਾ ਨੇ ਮੱਥਾ ਟੇਕਿਆ। ਖੁਸ਼ੀ ਕਰੀ ਉਪਜਿਓ ਬ੍ਰਹਮ ਗਿਆਨ। ਸਤਿਗੁਰੂ ਜੀ ਨੇ ਇਹੋ ਜਿਹੀ ਖੁਸ਼ੀ ਕੀਤੀ, ਬਸ ਆਪਣੀ ਦਇਆ ਦ੍ਰਿਸ਼ਟੀ ਨਾਲ ਵੇਖਿਆ ਇਸ ਮਹਾਤਮਾ ਵੱਲ ਔਰ ਹਿਰਦੇ 'ਚ ਬ੍ਰਹਮ ਦਾ ਗਿਆਨ ਸਾਖਸ਼ਾਤਕਾਰ ਹੋ ਗਿਆ। ਖਾਲਸਾ ਜੀ
ਆਤਮਾ ਦਾ ਸਾਖਸ਼ਾਤਕਾਰ ਹੁੰਦਾ ਹੈ ਸਾਡੀ ਮਨ ਬੁੱਧੀ ਨੂੰ, ਕਿਉਂਕਿ ਆਤਮਾ ਤਾਂ ਪਹਿਲਾਂ ਹੀ ਸਾਖਸ਼ਾਤਕਾਰ ਹੈ, ਪ੍ਰਗਟ ਹੈ। ਉਹਦਾ ਜਿਹੜਾ ਅਨੁਭਵ ਹੈ ਉਹ ਸਾਡੀ ਮਨ ਬੁੱਧੀ ਨੂੰ ਹੁੰਦਾ ਹੈ, ਪਰ ਉਸ ਮਨ ਤੇ ਬੁੱਧੀ ਨੂੰ ਅਨੁਭਵ ਕਰਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਚੱਲਦੀ ਹੈ। ਤੋ ਸਤਿਗੁਰੂ ਜੀ ਆਪਣੀ ਸ਼ਕਤੀ ਦਾ ਸੰਚਾਰ ਕਰਦੇ ਨੇ, ਇਹਨੂੰ ਸ਼ਕਤੀਪਾਤ ਵੀ ਕਹਿ ਸਕਦੇ ਹਾਂ। ਜਦੋਂ ਸੇਵਕ ਦੀ ਘਾਲਣਾ ਵੇਖਦੇ ਐ, ਸਾਧਨਾ ਵੇਖਦੇ ਐ, ਤੋ ਆਪਣੀ ਸ਼ਕਤੀ ਦਾ ਸੰਚਾਰ ਕਰਕੇ ਸੇਵਕ ਅੰਦਰ ਆਤਮਾ ਦਾ ਸਾਖਸ਼ਾਤਕਾਰ ਕਰ ਦਿੰਦੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਦ੍ਰਿਸ਼ਟੀ ਹੋਈ ਇਸ ਮਹਾਤਮਾ ਤੇ। ਵੇਖਣ ਦੀ ਦੇਰੀ ਸੀ ਕਿ ਇਸ ਮਹਾਤਮਾ ਦੇ ਅੰਦਰ ਬ੍ਰਹਮ ਦਾ ਗਿਆਨ ਉਜਾਗਰ ਹੋ ਗਿਆ, ਪ੍ਰਗਟ ਹੋ ਗਿਆ। ਏਕ ਆਤਮਾ ਪਿਖਿਓ ਜਹਾਨ, ਇੱਕੋ ਹੀ ਆਤਮਾ ਸਾਰੇ ਜਹਾਨ ਦੇ ਵਿੱਚ ਵੇਖ ਲਈ। ਏਕ ਮੇਵਾਏ ਪ੍ਰਜਾਇਤੀ ਬਹੁ ਸ਼ਿਆਮਾ, ਇੱਕੋ ਹੀ ਆਤਮਾ ਹੈ ਸਾਰੇ ਜਗਤ ਵਿੱਚ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਤੋ ਇੱਕੋ ਬ੍ਰਹਮ ਨੂੰ ਸਾਰਿਆਂ ਵਿੱਚ ਵੇਖ ਲਿਆ। ਇਸ ਮਹਾਤਮਾ ਦੀ ਦ੍ਰਿਸ਼ਟੀ ਬ੍ਰਹਮਮਈ ਹੋ ਗਈ। ਬ੍ਰਹਮਮਈ ਦ੍ਰਿਸ਼ਟੀ ਦਾ ਮਤਲਬ ਵੀ ਸਾਰੀ ਦ੍ਰਿਸ਼ਟੀ ਦੇ ਵਿੱਚ ਹੁਣ ਬ੍ਰਹਮ ਹੀ ਬ੍ਰਹਮ ਦਿਸਦਾ ਹੈ। ਖਾਲਸਾ ਜੀ, ਸਾਡੇ ਅੰਦਰ ਵੀ ਬ੍ਰਹਮ ਚੇਤਨਤਾ ਹੈ, ਬਾਹਰ ਵੀ ਬ੍ਰਹਮ ਚੇਤਨਤਾ ਹੈ। ਜਿਹੜਾ ਪੜਦਾ ਹੈ ਸਾਡੇ ਅੰਦਰ ਭਰਮ ਦਾ, ਜਦੋਂ ਨਿਰਵਿਰਤ ਹੋ ਜਾਂਦਾ ਹੈ, ਫਿਰ ਅੰਦਰਲਾ ਬ੍ਰਹਮ ਬਾਹਰਲੇ ਬ੍ਰਹਮ ਨੂੰ ਵੇਖਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਆਪਣੇ ਆਪ ਨੂੰ ਹੀ ਬਾਹਰ ਵੇਖਦਾ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਏਕ ਬ੍ਰਹਮ ਦਾ ਸਵਰੂਪ ਹੀ ਇਸ ਸੰਤ ਨੇ ਸਾਰੇ ਜਹਾਨ ਵਿੱਚ ਵੇਖ ਲਿਆ। ਉਠੇ ਪ੍ਰਭੂ ਡੇਰੇ ਮੈਂ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠੇ ਮਹਾਤਮਾ ਨੂੰ ਨਿਹਾਲ ਕਰਕੇ। ਵਾਪਸ ਜਿੱਥੇ ਸਤਿਗੁਰੂ ਗਰੀਬ ਨਵਾਜ ਜੀ ਮਹਾਰਾਜ ਜੀ ਦਾ ਡੇਰਾ ਸੀ, ਗੁਰਦੁਆਰਾ ਬੜੀ ਸੰਗਤ, ਉੱਥੇ ਸਤਿਗੁਰੂ ਜੀ ਵਾਪਸ ਆ ਗਏ। ਥਿਰ ਪ੍ਰਿਅੰਕ ਪਰ ਹੋਏ ਸੁਖ ਪਾਏ। ਸਤਿਗੁਰੂ ਜੀ ਆਪਣੇ ਪਲੰਘੇ ਤੇ ਆਣ ਕੇ ਬਿਰਾਜਮਾਨ ਹੋਏ ਤੇ ਸੁਖ ਲਿਆ। ਦੋਹਰਾ ਬੀਤੀ ਰਾਤ ਪ੍ਰਭਾਤ ਪੀ, ਤਬ ਕਾਸਦ ਦੋਏ ਆਏ। ਦਿਨ ਬੀਤ ਗਿਆ, ਰਾਤ ਬੀਤ ਗਈ, ਅਗਲੇ ਦਿਨ ਦੋ ਕਾਸਦ, ਕਾਸਦ ਕਹਿੰਦੇ ਨੇ ਹਲਕਾਰਿਆਂ ਨੂੰ, ਦੋ ਹਲਕਾਰੇ ਸੁਨੇਹਾ ਲੈ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚਿੱਠੀ ਲੈ ਕੇ ਆਏ। ਲਿਖਾ ਬਹਾਦਰ ਸ਼ਾਹ ਨੇ ਗੁਰ ਕੈ ਨਿਕਟ ਪਠਾਏ। ਇਹਨਾਂ ਹਲਕਾਰਿਆਂ ਦੇ ਹੱਥ ਚਿੱਠੀ ਭੇਜੀ ਆ ਬਾਦਸ਼ਾਹ ਬਹਾਦਰ ਸ਼ਾਹ ਨੇ, ਕਿਉਂਕਿ ਸਤਿਗੁਰਾਂ ਨੂੰ ਇੱਥੇ ਛੱਡ ਕੇ ਬਹਾਦਰ ਸ਼ਾਹ ਅੱਗੇ ਨੂੰ ਨਿਕਲ ਗਿਆ ਸੀ ਦੱਖਣ ਨੂੰ। ਤੋ ਉਸ ਵਕਤ ਜਦੋਂ ਸਤਿਗੁਰੂ ਕੁਝ ਦਿਨ ਇੱਥੇ ਹੀ ਰਹੇ ਤੇ ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਜੀ ਦੇ ਨਾਂ ਤੇ ਇੱਕ ਚਿੱਠੀ ਲਿਖ ਕੇ ਇੱਕ ਸ਼ੋਕਨਾਮਾ ਆਪਣੇ ਮਨ ਦਾ ਵਿਰਾਗਮਈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨਾਂ ਹਲਕਾਰਿਆਂ ਨੂੰ ਭੇਜਿਆ। ਬੈਂਤ ਲਿਖਿਓ ਸ਼ੋਕਨਾਮਾ ਦੀਜੈ ਦਰਸ ਆਈ। ਇਹਨੇ ਆਪਣੇ ਹਿਰਦੇ ਦਾ ਸ਼ੋਕਨਾਮਾ ਲਿਖਿਆ। ਸ਼ੋਕਨਾਮਾ ਕਹਿੰਦੇ ਨੇ ਪ੍ਰੇਮ ਨਾਲ ਲਿਖੀ ਹੋਈ ਚਿੱਠੀ, ਜਿਹੜੀ ਪ੍ਰੇਮ ਭਾਵ ਨਾਲ ਲਿਖੀ ਹੋਵੇ ਉਹਨੂੰ ਸ਼ੋਕਨਾਮਾ ਕਹਿੰਦੇ ਨੇ, ਜਿਹਦੇ ਚ ਵਿਰਾਗ ਵੀ ਹੋਵੇ। ਪ੍ਰੇਮ ਨਾਲ ਲਿਖਿਆ ਹੋਇਆ ਖੱਤ ਭੇਜਿਆ ਬਾਦਸ਼ਾਹ ਬਹਾਦਰ ਸ਼ਾਹ ਨੇ। ਕੀ ਲਿਖਿਆ? ਦਿਜੈ ਦਰਸ ਆਈ, हे ਕਲਗੀਧਰ ਸਵਾਮੀ ਜੀ, ਕਿਰਪਾ ਕਰਕੇ ਆ ਕੇ ਮੈਨੂੰ ਆਪਣੇ ਦਰਸ਼ਨ ਦਿਓ, ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਮਹਾਪੀਰ ਮੇਰੇ ਇਹੀ ਬਾਤ ਪਾਈ। ਮਹਾਰਾਜ ਤੁਸੀਂ ਮੇਰੇ ਮਹਾਨ ਵੱਡੇ ਪੀਰ ਹੋ, ਤੁਹਾਡੀ ਇਹੀ ਬਾਤ ਮੇਰੇ ਮਨ ਨੂੰ ਭਾਈ ਹੈ। ਮੇਰੇ ਮਨ ਨੂੰ ਇਹੀ ਭਾਉਂਦਾ ਕਿ ਤੁਸੀਂ ਮੇਰੇ ਸਾਰੇ ਪੀਰਾਂ ਤੋਂ ਵੱਡੇ ਪੀਰ ਹੋ। ਤੁਮਾਰੀ ਮਿਹਰ ਤੇ ਮਹਾ ਤੇਜ ਹੋਆ। ਮਹਾਰਾਜ ਜੀ ਤੁਹਾਡੀ ਮਿਹਰ ਨਾਲ, ਤੁਹਾਡੀ ਦਇਆ ਦ੍ਰਿਸ਼ਟੀ ਨਾਲ ਇਹ ਮੇਰਾ ਵੱਡਾ ਮਹਾ ਤੇਜ ਹੋਇਆ, ਸੰਸਾਰ 'ਚ ਮੈਂ ਬਾਦਸ਼ਾਹ ਬਣਿਆ।
ਇਹ ਬਾਦਸ਼ਾਹੀ ਮਹਾਰਾਜ ਤੁਹਾਡੀ ਮਿਹਰ ਨਾਲ ਮੈਨੂੰ ਪ੍ਰਾਪਤ ਹੋਈ ਹੈ। ਜਹਾਨੇ ਕੇ ਮਿਆਨੇ ਮਨਿੰਦੈ ਨਾ ਦੋਆ। ਮਹਾਰਾਜ ਇਸ ਪੂਰੇ ਜਹਾਨ ਵਿੱਚ ਤੁਹਾਡੇ ਮਾਨਿੰਦ ਕੋਈ ਦੂਸਰਾ ਨਹੀਂ ਹੈ। ਪੂਰੇ ਜਹਾਨ ਵਿੱਚ, ਪੂਰੇ ਵਿਸ਼ਵ ਭਰ ਵਿੱਚ ਹੇ ਕਲਗੀਧਰ ਪਾਤਸ਼ਾਹ ਜੀ, ਤੁਹਾਡੇ ਬਰਾਬਰ, ਤੁਹਾਡੇ ਜਿਹਾ ਕੋਈ ਦੂਜਾ ਨਹੀਂ। ਕਰੋ ਰੰਕ ਰਾਵੰ ਨਾ ਲਾਗੇ ਆਵਾਰਾ। ਮਹਾਰਾਜ ਤੁਸੀਂ ਚਾਹੋ ਤੇ ਰਾਜਿਆਂ ਨੂੰ ਰੰਕ ਕਰਦਿਆਂ, ਭਿਖਾਰੀ ਕਰਦਿਆਂ ਦੇਰੀ ਨਹੀਂ ਲਾਉਂਦੇ। ਤੁਹਾਨੂੰ ਮਹਾਰਾਜ ਜੀ ਭਾਵੇ ਤੇ ਰਾਜਿਆਂ ਨੂੰ ਭਿਖਾਰੀ ਕਰਦਿਆਂ ਤੁਸੀਂ ਦੇਰੀ ਨਹੀਂ ਲਾਉਂਦੇ। ਇਲਾਹੀ ਫਜ਼ਲ ਸੋ ਤੋ ਮੈਂ ਫਜ਼ਲ ਧਾਰਾ। ਮਹਾਰਾਜ ਇਲਾਹੀ ਫਜ਼ਲ ਨੂੰ ਤੁਸਾਂ ਨੇ ਆਪਣੇ ਅੰਦਰ ਧਾਰਨ ਕੀਤਾ ਤੇ ਉਹ ਫਜ਼ਲ, ਉਹ ਕਿਰਪਾ ਤੁਸਾਂ ਨੇ ਅੱਗੇ ਮੇਰੇ ਤੇ ਕੀਤੀ ਹੈ। ਬੜੀ ਬੇਰ ਬੀਤੀ ਪਿਛਾਰੀ ਰਹੇ ਹੋ। ਮਹਾਰਾਜ ਬੜਾ ਸਮਾਂ ਬੀਤ ਗਿਆ, ਤੁਸੀਂ ਪਿੱਛੇ ਰਹਿ ਗਏ ਹੋ ਤੇ ਮੈਨੂੰ ਦਰਸ਼ਨ ਨਹੀਂ ਪਏ ਹੁੰਦੇ, ਕਿਉਂਕਿ ਬਹਾਦਰ ਸ਼ਾਹ ਅੱਗੇ ਲੰਘ ਗਿਆ ਸੀ ਦੱਖਣ ਦਿਸ਼ਾ ਨੂੰ, ਨਾਂਦੇੜ ਵਾਲੇ ਪਾਸੇ ਨੂੰ। ਤੋ ਕਲਗੀਧਰ ਜੀ ਇੱਥੇ ਬੁਰਹਾਨਪੁਰ ਇੱਥੇ ਹੀ ਟਿਕ ਗਏ ਸਨ ਸੰਗਤ ਨੂੰ ਦਰਸ਼ਨ ਦਿਦਾਰੇ ਦੇਣ ਲਈ। ਕਹਿਣ ਲੱਗਾ ਮਹਾਰਾਜ ਬੜੇ ਦਿਨ ਬੀਤ ਗਏ ਹਨ, ਆਪ ਜੀ ਨੇ ਆ ਕੇ ਮੈਨੂੰ ਦਰਸ਼ਨ ਨਹੀਂ ਦਿੱਤੇ, ਪਿੱਛੇ ਰਹਿ ਗਏ ਹੋ। ਕਹੂੰ ਸੰਗਤੀ ਸਿੱਖ ਪ੍ਰੇਮੰ ਲਇਓ। ਕਿਉਂਕਿ ਤੁਸੀਂ ਆਪਣੀਆਂ ਸਿੱਖ ਸੰਗਤਾਂ ਦੇ ਮਨ ਦਾ ਪ੍ਰੇਮ ਭਾਵ ਵੇਖਦੇ ਹੋ ਤੇ ਉਹਨਾਂ ਦਾ ਪ੍ਰੇਮ ਵੇਖ ਕੇ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਕੇ ਪਿੱਛੇ ਹੀ ਰਹਿ ਜਾਂਦੇ ਹੋ, ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਹੋ। ਕਿ ਤਾਲਬ ਪੇਖੋ ਮੈਂ ਦੀਦਾਰੰ ਤੁਮਾਰਾ। ਮਹਾਰਾਜ ਜੀ ਮੈਨੂੰ ਹੁਣ ਤੁਹਾਡੇ ਦੀਦਾਰ ਕਿਵੇਂ ਹੋਣਗੇ? ਮੈਂ ਚਾਹਵਾਨ ਹਾਂ, ਮੇਰੇ ਮਨ ਵਿੱਚ ਇੱਛਾ ਹੈ, ਤਲਬ ਹੈ ਕਿ ਤੁਹਾਡੇ ਦਰਸ਼ਨ ਕਦੋਂ ਹੋਣ। ਨਹੀਂ ਦੇਰ ਕੀਜੈ ਲਖੋ ਪ੍ਰੇਮ ਪਿਆਰਾ। ਮਹਾਰਾਜ ਮੇਰੇ ਮਨ ਦਾ ਪ੍ਰੇਮ ਭਾਵ ਵੇਖ ਕੇ ਆਪ ਜੀ ਦੇਰੀ ਨਾ ਲਾਓ, ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰ ਦਿਓ। ਸੁਨਾ ਸ਼੍ਰੀ ਗੁਰੂ ਫੇਰ ਤਿਆਰੀ ਕਰਾਈ। ਜਦੋਂ ਮਹਾਰਾਜ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਦੀ ਚਿੱਠੀ ਸੁਣੀ, ਉਹਦੇ ਮਨ ਦਾ ਇਹ ਪ੍ਰੇਮਨਾਮਾ ਕਹਿ ਸਕਦੇ ਹਾਂ, ਸ਼ੋਕਨਾਮਾ ਸੁਣਿਆ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਖਾਲਸਾ ਜੀ ਤਿਆਰੀ ਕਰੋ। ਪਰੇਜ਼ੀਨ ਕੋਰਾਨ ਪੈ ਬੇਗਵਾਈ। ਕਹਿੰਦੇ ਛੇਤੀ ਨਾਲ ਘੋੜਿਆਂ ਤੇ ਕਾਠੀ ਪਾਣ ਦਾ ਹੁਕਮ ਹੋਇਆ। ਚੌਪਈ ਸਿੱਖ ਸੰਗਤ ਤੇ ਰੁਖਸਦ ਹੋਏ ਕੈ। ਸਤਿਗੁਰੂ ਜੀ ਸਿੱਖ ਸੰਗਤਾਂ ਤੋਂ, ਬੁਰਹਾਨਪੁਰ ਦੀਆਂ ਸੰਗਤਾਂ ਤੋਂ ਰੁਖਸਦ ਹੋ ਕੇ ਚੱਲੇ ਹਨ। ਆਪਣੇ ਜਾਨ ਖੁਸ਼ੀ ਬੌਧੈ ਕੈ। ਆਪਣੇ ਜਾਣ ਕੇ ਮੇਰੇ ਹਨ। ਸਤਿਗੁਰਾਂ ਨੇ ਸਾਰਿਆਂ ਤੇ ਬੜੀਆਂ ਖੁਸ਼ੀਆਂ ਕੀਤੀਆਂ। ਬੁਰਹਾਨਪੁਰ ਦੀਆਂ ਸੰਗਤਾਂ ਤੇ ਬੜਾ ਵੱਡਾ ਭਾਰੀ ਤਰਸ ਸਤਿਗੁਰਾਂ ਨੇ ਕੀਤਾ। ਆਪਣੇ ਹੁਕਮਨਾਮੇ ਇਹਨਾਂ ਸੰਗਤਾਂ ਨੂੰ ਪ੍ਰਦਾਨ ਕੀਤੇ। ਹਿਆ ਅਰੋ ਕਰ ਮਾਰਗ ਪਿਆਨੇ। ਔਰ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਇਥੋਂ ਅੱਗੇ ਨੂੰ ਦੱਖਣ ਦਿਸ਼ਾ ਨੂੰ ਵਧੇ। ਸੰਗ ਖਾਲਸਾ ਚਲੇ ਸੁਜਾਨੇ। ਸਤਿਗੁਰੂ ਜੀ ਦੇ ਨਾਲ ਮਹਾਰਾਜ ਜੀ ਦਾ ਖਾਲਸਾ, ਸਤਿਗੁਰਾਂ ਦੇ ਸਾਜੇ ਨਵਾਜੇ ਸਿੰਘ ਤਿਆਰ ਬਰ ਤਿਆਰ ਅਵਸਥਾ ਵਿੱਚ ਨਾਲ ਜਾ ਰਹੇ ਨੇ। ਪੰਥ ਉਲੰਘਤ ਪਹੁੰਚੇ ਜਾਏ। ਇਦਾਂ ਪੈਂਡਾ ਤੈਅ ਕਰਦਿਆਂ ਸਫ਼ਰ ਦਾ ਪੰਧ ਮੁਕਾਉਂਦਿਆਂ ਪਹੁੰਚੇ ਹਨ। ਜਹਾਂ ਹੋਤੇ ਲਸ਼ਕਰ ਸਮੁਦਾਏ। ਜਿੱਥੇ ਸਾਰੇ ਲਸ਼ਕਰ ਨੇ, ਜਿੱਥੇ ਸਾਰੀਆਂ ਫੌਜਾਂ ਹਨ। ਆਗੇ ਸ਼ਾਹ ਚੜਿਓ ਵੱਡ ਘੋਰੇ। ਬਾਦਸ਼ਾਹ ਅੱਗੇ ਆਪਣੇ ਵੱਡੇ ਘੋੜੇ ਤੇ, ਬਲੀ ਘੋੜੇ ਤੇ ਚੜਿਆ ਜਾ ਰਿਹਾ ਹੈ। ਜਾਤ ਕਹੂੰ ਸੰਗ ਮਾਨਵ ਥੋਰੇ। ਇਹ
ਇਹ ਜਾ ਰਿਹਾ ਸੀ, ਇਹਦੇ ਨਾਲ ਕੁਝ ਕੇ ਦੇ ਸਿਪਾਹੀ ਹਨ। ਓਚਕ ਇਤ ਸਤਿਗੁਰ ਅਸਵਾਰੀ। ਇਧਰੋਂ ਅਚਾਨਕ ਸਤਿਗੁਰੂ ਕਲਗੀਧਰ ਜੀ ਦੀ ਅਸਵਾਰੀ ਆ ਪਹੁੰਚੀ। ਭਾਈ ਰੋ ਬਰੋ ਕਾਰ ਅਗਾਰੀ। ਉਹ ਆਮੋ ਸਾਹਮਣੇ ਮੇਲ ਮਿਲਾਪ ਹੋਏ। ਦਰਸ਼ਨ ਪਰਸੇ ਸੀਸ ਨਿਵਾਇਓ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬਾਦਸ਼ਾਹ ਨੇ ਆਪਣਾ ਸੀਸ ਝੁਕਾ ਕੇ ਮੱਥਾ ਟੇਕਿਆ ਬਿਨੈ ਬਖਾਨਤ ਪ੍ਰੇਮ ਬਢਾਇਓ। ਔਰ ਆਪਣੇ ਵੱਲੋਂ ਬੇਨਤੀ ਕਰਦਿਆਂ ਆਪਣਾ ਮਨ ਪ੍ਰੇਮ ਸਹਿਤ ਗੁਰੂ ਚਰਨਾਂ ਚਰਪਣ ਕਰਦਾ, ਪ੍ਰੇਮ ਵਧਾਉਂਦਾ। ਗੁਰ ਸੂਰਜ ਕੇ ਦਰਸ਼ਨ ਹੀਰੇ। ਗੁਰੂ ਰੂਪੀ ਸੂਰਜ ਦੇ ਦੀਦਾਰ ਕੀਤੇ, ਦਰਸ਼ਨ ਕੀਤੇ। ਬਿਗਸੇ ਦ੍ਰਿਗ ਅਰਬਿੰਦ ਬਡੇਰੇ। ਤੇ ਇਹਦੇ ਕਮਲ ਵਰਗੇ ਨੇਤਰ, ਕਮਲ ਵਰਗੀਆਂ ਅੱਖਾਂ ਖਿੜ ਗਈਆਂ। ਭਲੀ ਬਾਤ ਹੋਈ ਪ੍ਰਭ ਆਏ। ਮਹਾਰਾਜ ਬੜੀ ਭਲੀ ਬਾਤ ਹੋਈ ਹੈ, ਆਪ ਜੀ ਆ ਗਏ ਹੋ, ਆਪ ਜੀ ਨੇ ਦਰਸ਼ਨ ਦਿੱਤੇ ਹਨ। ਲੱਖ ਮੁਰੀਦ ਸਮ ਦਰਸ ਦਿਖਾਏ। ਮੈਨੂੰ ਆਪਣਾ ਮੁਰੀਦ ਜਾਣ ਕੇ ਆਪ ਜੀ ਨੇ ਦਰਸ਼ਨ ਦਿਦਾਰੇ ਦਿੱਤੇ ਹਨ। ਸ਼੍ਰੀ ਗੁਰ ਬਹੁਤੇ ਦਿਵਸ ਬਿਤਾਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਨੇ ਬੜੇ ਦਿਨ ਲਾ ਦਿੱਤੇ ਪਿੱਛੇ, ਬੜੇ ਦਿਨ ਪਿੱਛੇ ਆਪ ਜੀ ਬਤੀਤ ਘਰ ਆਏ ਹੋ। ਇਤ ਮੈਂ ਤੁਮਰੀ ਦਿਸ਼ ਮਨ ਲਾਏ। ਇਧਰ ਮੇਰਾ ਮਨ ਹਮੇਸ਼ਾ ਤੁਹਾਡੇ ਵੱਲੇ ਲੱਗਾ ਰਹਿੰਦਾ ਸੀ ਕਿ ਕਦੋਂ ਆਉਣਗੇ ਸਤਿਗੁਰੂ ਜੀ ਤੇ ਮੈਨੂੰ ਉਹਨਾਂ ਦੇ ਦਰਸ਼ਨ ਕਦੋਂ ਹੋਣਗੇ। ਆਪ ਜੀ ਇਹ ਦਿਨ ਲਾ ਦਿੱਤੇ ਪਿੱਛੇ ਤੇ ਮੈਨੂੰ ਦਰਸ਼ਨਾਂ ਦੀ ਕਾਂਖਾ ਸੀ। ਮੇਰਾ ਮਨ ਤੁਹਾਡੇ ਵੱਲੇ ਹੀ ਲੱਗਾ ਰਹਿੰਦਾ ਸੀ। ਭਲੋ ਸਥਲ ਪਿਖ ਕੀਜੇ ਡੇਰਾ। ਆਪ ਜੀ ਭਲਾ ਸਥਾਨ ਵੇਖ ਕੇ ਜਿੱਥੇ ਤੁਹਾਡੇ ਡੇਰਾ ਕਰੋ। ਕਰਿਓ ਨਿਹਾਲ ਆਪਨੋ ਚੇਰਾ। ਤੁਸੀਂ ਮੈਨੂੰ ਨਿਹਾਲ ਕੀਤਾ, ਮੈਂ ਤੁਹਾਡਾ ਚੇਰਾ ਹਾਂ, ਤੁਹਾਡਾ ਸੇਵਕ ਹਾਂ। ਤੁਸੀਂ ਆਪਣੇ ਇਸ ਸੇਵਕ ਨੂੰ, ਚੇਲੇ ਨੂੰ ਨਿਹਾਲ ਕੀਤਾ ਹੈ। ਸੁਰ ਸਭ ਬਾਤ ਬਖਾਨੀ। ਜਦੋਂ ਬਹਾਦਰ ਸ਼ਾਹ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਪੁਰ ਮੈਂ ਸੰਗਤ ਹੋਤੀ ਮਹਾਨੀ। ਮਹਾਰਾਜ ਪਿੱਛੇ ਨਗਰ ਬੁਰਹਾਨਪੁਰ ਆਇਆ ਸੀ, ਉੱਥੇ ਸਾਡੀਆਂ ਬਹੁਤ ਗੁਰੂ ਕੀਆਂ ਸਾਜੀਆਂ ਨਵਾਜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ। ਕਰ ਕਰ ਪ੍ਰੇਮ ਦਿਵਸ ਪ੍ਰਤ ਰਾਖੇ। ਅਸੀਂ ਤਾਂ ਆਉਣਾ ਚਾਹੁੰਦੇ ਸੀ, ਪਰ ਸੰਗਤ ਕਰ ਕਰਕੇ ਸਾਡੇ ਨਾਲ ਪ੍ਰੇਮ ਭਾਵ ਰੱਖ ਕੇ ਉਹ ਸਾਨੂੰ ਉਹਨਾਂ ਨੇ ਆਉਣ ਤੋਂ ਰੋਕੀ ਰੱਖਿਆ। ਅਸੀਂ ਜਦੋਂ ਆਉਣ ਨੂੰ ਤਿਆਰ ਹੁੰਦੇ ਸਾਂ, ਉਹ ਸਾਨੂੰ ਰੋਕ ਲੈਂਦੇ ਸਨ, ਕਹਿੰਦੇ ਸਨ ਮਹਾਰਾਜ ਇੱਕ ਦਿਨ, ਅਗਲੇ ਦਿਨ ਤਿਆਰੀ ਕਰਨੀ, ਉਹਨਾਂ ਫਿਰ ਰੋਕ ਲੈਣਾ। ਏਦਾਂ ਸੰਗਤ ਦੇ ਪ੍ਰੇਮ ਦੇ ਵਸੀਕਾਰ ਹੋਇਆਂ ਨੂੰ ਸਾਨੂੰ ਕਈ ਦਿਨ ਬੁਰਹਾਨਪੁਰ ਵਿੱਚ ਲੱਗ ਗਏ। ਹਮ ਬਹੁ ਬਾਰ ਚਲਨ ਕੋ ਭਾਕੇ। ਚੱਲਣ ਦੀ ਤਿਆਰੀ ਕੀਤੀ ਸੀ, ਕਈ ਵਾਰ ਆਉਣ ਦੀ ਤਿਆਰੀ ਕੀਤੀ ਸੀ। ਉਤੋਂ ਸਾਧ ਪ੍ਰੇਮੀ ਤਨ ਮਨ ਤੇ। ਫਿਰ ਉੱਥੇ ਇੱਕ ਮਹਾਤਮਾ ਸਨ, ਬੜੇ ਪ੍ਰੇਮ ਵਾਲੇ, ਸਾਡੇ ਵੱਡਿਆਂ ਸਤਿਗੁਰਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਉਹ ਸੇਵਕ ਸਨ। ਉਹ ਮਹਾਤਮਾ ਨੇ ਇੰਨਾ ਪ੍ਰੇਮ ਕੀਤਾ ਵੀ ਸਾਨੂੰ ਕਈ ਦਿਨ ਆਉਣ ਹੀ ਨਹੀਂ ਦਿੱਤਾ ਉੱਥੋਂ। ਜਦੋਂ ਅਸੀਂ ਤਿਆਰੀ ਕਰਨੀ, ਉਹਨਾਂ ਨੇ ਹੱਥ ਜੋੜ ਕੇ ਸਾਨੂੰ ਰੋਕ ਲੈਣਾ। ਕਰਿਓ ਭਾਉ ਤਿਨ ਰੱਖੇ। ਉਸ ਮਹਾਤਮਾ ਨੇ, ਉਸ ਸਾਧੂ ਨੇ ਸਾਡੇ ਪ੍ਰਤੀ ਪ੍ਰੇਮ ਭਾਵ ਪ੍ਰਗਟ ਕਰਕੇ ਸਾਨੂੰ ਰੱਖ ਲੈਣਾ। ਅਸੀਂ ਜਦੋਂ ਆਉਣ ਦੀ ਤਿਆਰੀ ਕਰਨੀ, ਉਹਨਾਂ ਨੇ ਫਿਰ ਰੋਕ ਲੈਣਾ। ਇਮ ਕੈ ਖੁਸ਼ੀ ਸ਼ਾਹ ਕੋ ਦੀਨ। ਤਾਂ ਬਾਦਸ਼ਾਹ ਸਾਨੂੰ ਜ਼ਿਆਦਾ ਦਿਨ ਲੱਗ ਗਏ ਨੇ। ਬਹਾਦਰ ਸ਼ਾਹ ਨੂੰ ਏਦਾਂ ਸਤਿਗੁਰਾਂ ਨੇ ਬਚਨ ਕਹੇ ਔਰ ਬਹਾਦਰ ਸ਼ਾਹ ਤੇ ਖੁਸ਼ੀਆਂ ਕੀਤੀਆਂ। ਹੀਰ ਸਥਲ ਸ਼ੁਭ ਡੇਰਾ ਕੀਨ। ਔਰ ਸ਼ੁਭ ਸਥਾਨ ਵੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ। ਖਾਨ ਪਾਨ ਕਰ ਬਿਬਦ ਬਨਾਈ। ਖਾਨ ਪਾਨ ਤਿਆਰ ਹੋਇਆ, ਲਾਂਗਰੀ ਸਿੱਖ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ। ਸੁਪਤ ਜਥਾ ਸੁਖ ਰਾਤ ਬਿਤਾਈ। ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਛਕ ਕੇ ਸਭ ਨੇ ਆਰਾਮ ਕੀਤਾ। ਭਈ ਪ੍ਰਭਾਤ ਕੂਚ ਕਰ ਚੱਲੇ। ਅਗਲਾ ਦਿਨ ਚੜਿਆ, ਮਹਾਰਾਜ ਜੀ ਨੇ ਇੱਥੋਂ ਕੂਚ ਕੀਤਾ। ਦੱਖਣ ਦੇਸ਼ ਬਿਲੋਕਤ ਭਲੇ। ਦੱਖਣ ਦੇਸ਼
ਜੋ ਬੜਾ ਭਲਾ ਦੇਸ਼ ਹੈ ਮਹਾਰਾਜ ਜੀ ਵੇਖਣ ਜਾ ਰਹੇ ਨੇ। ਨਰ ਨਾਰੀ ਗਨ ਸ਼ਿਆਮ ਵਰਨ ਕੇ। ਕਹਿੰਦੇ ਜਦੋਂ ਇਧਰ ਦੱਖਣ ਦੇਸ਼ ਵਿੱਚ ਨੂੰ ਅੱਗੇ ਨੂੰ ਵਧੇ ਨਾ, ਬਸਮਤ ਨਗਰ ਦੇ ਨੇੜੇ ਜੀ ਗਏ ਤੇ ਸਿੰਘਾਂ ਨੇ ਵੇਖਿਆ ਵੀ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਰੰਗ ਨੇ ਉਹ ਥੋੜੇ ਜਿਹੇ ਸ਼ਿਆਮ ਵਰਣੀਏ ਨੇ, ਕਿਉਂਕਿ ਗਰਮੀ ਅਧਿਕ ਹੋਣ ਕਰਕੇ ਉਸ ਇਲਾਕੇ ਵਿੱਚ ਜ਼ਿਆਦਾ ਤੌਰ ਤੇ ਸਾਵਲੇ ਵਰਣ ਦੇ ਲੋਕ ਹੁੰਦੇ। ਸਾਵਲਾ ਰੰਗ ਹੁੰਦਾ, ਕਣਕ ਭਿੰਨਾ ਜਾਂ ਕਾਲਾ ਰੰਗ ਹੁੰਦਾ, ਗੋਰ ਵਰਨੀਏ ਬਹੁਤ ਘੱਟ ਹੁੰਦੇ ਆ। ਮਹਾਰਾਜ ਜੀ ਜਦੋਂ ਗਏ ਸਿੰਘਾਂ ਦੇ ਸਮੇਤ ਤੇ ਸਿੰਘ ਵੇਖਣ ਵੀ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਸਾਰਿਆਂ ਦੇ ਤਕਰੀਬਨ ਰੰਗ ਜਿਹੜੇ ਨੇ ਉਹ ਸ਼ਾਮ ਵਰਣੀਏ ਹਨ। ਇੱਕ ਸਾਰੀ ਲੈ ਉੱਪਰ ਤਨ ਕੇ। ਫਿਰ ਉੱਥੇ ਜਿਹੜੀਆਂ ਇਸਤਰੀਆਂ ਨੇ ਉਹ ਸਾੜੀਆਂ ਲਾਉਂਦੀਆਂ। ਪੰਜਾਬ ਦੀ ਜਿਹੜੀ ਇਸਤਰੀਆਂ ਦੀ ਪੁਸ਼ਾਕ ਉਹ ਵੱਖਰੀ ਹੁੰਦੀ ਸੀ। ਉਧਰ ਜਦੋਂ ਨਵੇਂ ਇਲਾਕੇ 'ਚ ਸਿੰਘ ਗਏ ਦੱਖਣ ਦਿਸ਼ਾ 'ਚ ਤੇ ਉੱਥੇ ਜਿਹੜੀਆਂ ਇਸਤਰੀਆਂ ਬੀਬੀਆਂ ਸਨ, ਇੱਕ ਸਾੜੀ ਉਹਨਾਂ ਨੇ ਤਨ ਤੇ ਸਰੀਰ ਤੇ ਲਈ ਹੋਈ। ਜਿਹੜੇ ਉੱਥੇ ਨਰ ਸਨ ਉਹ ਧੋਤੀ ਜੀ ਬੰਨ੍ਹਦੇ ਆ ਟੁੰਗ ਕੇ, ਤੇ ਪਿੰਡੇ ਦੇ ਉੱਤੇ ਕੱਪੜਾ ਵਗੈਰਾ ਘੱਟ ਹੀ ਪਾਉਂਦੇ ਆ, ਤੇ ਹੋਰ ਹੀ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਬਾਹਰਲੇ ਭੇਸ ਹਨ। ਬਸਨ ਬਿਬੂਕਨ ਬੋਲਨ ਬੇਸ। ਔਰ ਜਿਹੜੀਆਂ ਇਸਤਰੀਆਂ ਨੇ ਉਹ ਜਿੱਥੇ ਸਾੜੀ ਪਾਉਂਦੀਆਂ ਨੇ ਉਹਨਾਂ ਦੇ ਗਹਿਣੇ ਆਭੂਸ਼ਣ ਪਾਉਣ ਦਾ ਤਰੀਕਾ ਉਹ ਵੀ ਵੱਖਰਾ ਹੈ। ਰੀਤ ਔਰ ਕੇ ਪਿਕਤ ਸੁਦੇਸ਼। ਹੋਰ ਹੀ ਤਰ੍ਹਾਂ ਦੀਆਂ ਰੀਤੀਆਂ ਦੇ ਬਸਤਰ, ਪੁਸ਼ਾਕ, ਭੇਸ, ਬੋਲੀ ਉਹਨਾਂ ਦੀ ਹੋਰ ਪ੍ਰਕਾਰ ਦੀ ਹੈ। ਪੂਨਾ ਨਗਰ ਨਾਗਪੁਰ ਕੇਰੇ। ਉੱਥੋਂ ਕੁਝ ਦੂਰੀ ਤੋਂ ਪੂਨਾ ਹੈ, ਨਾਲ ਹੀ ਇੱਕ ਪਾਸੇ ਕੁਝ ਦੂਰੀ ਤੇ ਨਾਗਪੁਰ ਹੈ। ਮਿਲੇ ਆਨ ਦੇ ਭੇਟ ਅਗੇਰੇ। ਪੂਨੇ ਵਿੱਚ, ਨਾਗਪੁਰ ਵਿੱਚ ਮਹਾਰਾਜ ਜੀ ਦੇ ਸੇਵਕ ਰਹਿੰਦੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਰਹੇ ਨੇ ਇੱਧਰ, ਤੇ ਉੱਥੋਂ ਬਹੁਤ ਸਾਰੇ ਸਿੱਖ ਅੱਗੇ ਆਏ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਇਤਿਆਦਕ ਜੇਤੇ ਤੈ ਰਾਜ। ਫਿਰ ਨੇੜੇ ਨੇੜੇ ਜਿਹੜੇ ਰਾਜੇ ਨੇ ਪੂਨੇ ਦੇ ਜਾਂ ਨਾਗਪੁਰ ਦੇ ਹੋਰ ਜਿਹੜੇ ਰਾਜੇ ਨੇ ਉਹ ਬਹਾਦਰ ਸ਼ਾਹ ਨੂੰ ਵੀ ਆ ਕੇ ਮਿਲਦੇ ਆ। ਜਿੱਥੇ ਬਹਾਦਰ ਸ਼ਾਹ ਨੂੰ ਆ ਕੇ ਟੱਕਰਦੇ ਨੇ, ਮਿਲਦੇ ਨੇ, ਉੱਥੇ ਆ ਕੇ ਉਹ ਕਲਗੀਧਰ ਜੀ ਵੀ ਦਰਸ਼ਨ ਕਰਦੇ ਹਨ। ਲਸ਼ਕਰ ਹੀਰੇ ਡਰ ਉਪਰਾਜੇ। ਜਿੰਨੇ ਰਾਜੇ ਨੇ ਉਹਨਾਂ ਦੇ ਮਨਾਂ ਵਿੱਚ ਡਰ ਹੈ। ਬਾਦਸ਼ਾਹ ਬਹਾਦਰ ਸ਼ਾਹ ਦਾ ਲਸ਼ਕਰ ਵੇਖ ਕੇ ਭੈ ਹੈ। ਮਿਲੇ ਸ਼ਾਹ ਆਪਣੋ ਭੋਜਨਾਏ। ਔਰ ਬਾਦਸ਼ਾਹ ਨੂੰ ਆ ਕੇ ਮਿਲਦੇ ਨੇ ਤੇ ਆਪਣੇ ਬਾਰੇ ਜਾਣਕਾਰੀ ਦੱਸਦੇ ਨੇ ਵੀ ਅਸੀਂ ਕੌਣ ਆ, ਕਿੱਥੋਂ ਆਏ ਆ, ਕਿਹੜੇ ਇਲਾਕੇ ਦੇ ਰਹਿਣ ਵਾਲੇ ਆ, ਕਿੰਨਾ ਕੁ ਸਾਡੇ ਕੋਲ ਰਾਜ ਭਾਗ ਹੈ। ਉਹ ਆ ਕੇ ਆਪੋ ਆਪਣੀ ਜਾਣਕਾਰੀ ਬਾਦਸ਼ਾਹ ਨੂੰ ਦਿੰਦੇ ਨੇ। ਗਜਬਾਜੀ ਤਨ ਬੋਰ ਪਾਏ। ਕੋਈ ਹਾਥੀ ਲਿਆ ਕੇ ਭੇਟ ਕਰਦਾ ਬਾਦਸ਼ਾਹ ਨੂੰ, ਕੋਈ ਘੋੜੇ ਲਿਆ ਕੇ ਅਰਪਣ ਕਰਦਾ, ਕੋਈ ਮਾਇਆ ਲਿਆ ਕੇ ਭੇਟ ਕਰਦੇ ਨੇ। ਗਿਰਵਰ ਕਾਨਨ ਉਲੰਘਤ ਗਏ। ਇਦਾਂ ਬਹੁਤ ਸਾਰੇ ਪਹਾੜ ਵੀ ਆਉਂਦੇ ਨੇ ਤੇ ਜੰਗਲ ਵੀ ਆਉਂਦੇ ਨੇ। ਉਹਨਾਂ ਪਹਾੜਾਂ ਤੇ ਜੰਗਲਾਂ ਨੂੰ ਸਤਿਗੁਰੂ ਜੀ ਔਰ ਬਾਦਸ਼ਾਹ ਬਹਾਦਰ ਸ਼ਾਹ ਲੰਘਦੇ ਜਾ ਰਹੇ ਨੇ। ਪੁਰਨ ਗ੍ਰਾਮ ਅਵਲੋਕਤ ਭਏ। ਰਸਤੇ ਵਿੱਚ ਬਹੁਤ ਸਾਰੇ ਪਿੰਡ ਆਉਂਦੇ ਨੇ, ਬਹੁਤ ਸਾਰੇ ਨਗਰ ਆਉਂਦੇ ਨੇ। ਕਿਸ ਕਿਸ ਕੀ ਗਣਨਾ ਕਰ ਕਹੀਏ। ਮਾਂ ਕਵੀ ਜੀ ਕਹਿੰਦੇ ਹੁਣ ਕਿਹਦੀ ਕਿਹਦੀ ਗਿਣਤੀ ਕਰਕੇ ਦਸੀਏ, ਕਿਹੜੇ ਕਿਹੜੇ ਨਗਰ ਨੂੰ ਗਿਣੀਏ, ਕਿਹੜੇ ਕਿਹੜੇ ਪਿੰਡ ਨੂੰ ਗਿਣੀਏ, ਸ਼ਹਿਰ ਨੂੰ ਗਿਣੀਏ। ਰਚਨਾ ਚਾਰੂ ਚਿੱਤਰ ਜਿਨ ਲਈਏ। ਕਹਿੰਦੇ ਬੜੀ ਬੜੀ ਸੋਹਣੀ ਰਚਨਾ ਵਾਲੇ ਨਗਰ ਵੀ ਆਉਂਦੇ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਸੁੰਦਰ ਬਚਿੱਤਰ ਨਜ਼ਰ ਆਉਂਦੇ ਹਨ ਨਗਰ। ਬਾਪੀ ਕੂਪ ਬਾਗ ਫੁਲਵਾਰੀ। ਪੌੜੀਆਂ ਲੱਗੀਆਂ ਹੋਈਆਂ ਨੇ, ਖੂਹ ਲੱਗੇ ਹੋਏ ਨੇ, ਬਾਗ ਬਗੀਚੇ ਲੱਗੇ ਹੋਏ ਨੇ, ਬਹੁਤ ਸਾਰੀਆਂ ਥਾਵਾਂ ਤੇ ਫੁੱਲਾਂ ਦੀਆਂ ਫੁਲਵਾੜੀਆਂ ਖਿੜੀਆਂ ਹੋਈਆਂ ਨੇ। ਨਾਲ ਕੇਲਾ ਅਰ ਸੁਪਾਰੀ। ਜ਼ਿਆਦਾ ਤੌਰ ਤੇ ਇਸ ਇਲਾਕੇ ਦੇ ਵਿੱਚ ਨਾਰੀਅਲ ਦਾ ਫਲ ਹੁੰਦਾ ਹੈ। ਤੋ ਨਾਰੀਅਲ ਬੜੇ ਲੱਗੇ ਹੋਏ ਨੇ, ਕੇਲੇ ਬੜੇ ਲੱਗਦੇ ਆ, ਕੇਲਿਆਂ ਦੇ ਬਾਗਾਂ ਦੇ ਬਾਗ ਨੇ। ਫਿਰ ਸੁਪਾਰੀਆਂ ਦੇ ਖੇਤ ਨੇ, ਤੋ ਸੁਪਾਰੀਆਂ ਵੀ ਬੜੀਆਂ ਲੱਗਦੀਆਂ ਨੇ, ਉਹਦੇ ਫਲ ਲੱਗੇ ਹੋਏ ਨੇ। ਤੋ ਬਹੁਤ ਸਾਰੇ ਕਹਿੰਦੇ ਜ਼ਿਆਦਾ ਤੌਰ ਤੇ ਇਹੀ ਫਲ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਬਿਸਮਤ ਨਗਰ ਬਿਲੋਕ ਬਿਸਾਲਾ। ਇਦਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਬਸਮਤ ਨਗਰ ਆ ਪਹੁੰਚੇ ਹਨ।
ਬਸਮਤ ਨਗਰ ਵਿਖੇ ਮਹਾਰਾਜ ਜੀ ਨੇ ਟਿਕਾਣਾ ਕੀਤਾ। इसके निकट सिवर को काला। ਖਾਲਸਾ ਜੀ ਜਿਹੜਾ ਬਸਮਤ ਨਗਰ ਇਹਨੂੰ ਬਿਸਮਤ ਨਗਰ ਵੀ ਕਹਿੰਦੇ ਤੇ ਬਸਮਤ ਨਗਰ ਹੁਣ ਅੱਜ ਕੱਲ ਮਹਾਰਾਜ ਜੀ ਦਾ ਸੁੰਦਰ ਦਰਬਾਰ ਹੈ ਬਸਮਤ ਨਗਰ ਦਮਦਮਾ ਸਾਹਿਬ। ਜਦੋਂ ਤੁਸੀਂ ਸ੍ਰੀ ਹਜੂਰ ਸਾਹਿਬ ਜੀ ਦੀ ਅਰਦਾਸ ਸੁਣਦੇ ਹੋਵੋਗੇ ਧਿਆਨ ਨਾਲ ਸੁਣਿਓ। ਜਿੰਨੇ ਨੇੜੇ ਤੇੜੇ ਦੇ ਸਥਾਨ ਨੇ ਸਾਰੇ ਸਥਾਨਾਂ ਦਾ ਨਾਂ ਲੈਂਦੇ ਹਨ। गुरुद्वारा बंदा घाट जी, नगीना घाट जी, बसमत नगर में श्री दमदमा जी, सारिया गुरुद्वारियां गुरधामां दा ध्यान धार के फिर साहब दे अमृत नाम नूं उचारदे हन। तो बसमत नगर विखे दमदमा साहिब नगर है, दमदमा साहिब गुरु घर है कलगीधर दा। तो सतगुरु जी इत्थे आके उतरे, इत्थे टिकाणा कीता। 8 दिवस तै कीन मुकामो। बसमत नगर विखे महाराज जी 8 दिन ते 8 रातां रहे ने दमदमा साहिब। हजूर साहब जाण तो पहला महाराज जी इत्थे टिकाणा कीता। 8 दिन ते 8 रातां महाराज जी ने इत्थे बतीत कीतियां। संगत गुर को पिखे तमामो। जिन्नी संगत है ਉਹ ਸੰਗਤਾਂ ਆ ਕੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ। ਅਨਕੀ ਅਕੋਰਨ ਕੋ ਅਰਪੰਤੇ। ਅਨੇਕਾਂ ਪ੍ਰਕਾਰ ਦੀਆਂ ਭਟਾਵਾਂ ਉਹ ਗੁਰ ਸਿਖਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਦੇ ਨੇ। ਚਰਨ ਕਮਲ ਪਰ ਸੀਸ ਤਰੰਤੇ। ਸਤਿਗੁਰਾਂ ਦੇ ਸੋਹਣਿਆਂ ਚਰਨਾਂ ਕਮਲਾਂ ਦੇ ਉੱਤੇ ਆ ਕੇ ਸੀਸ ਰੱਖ ਕੇ ਮੱਥਾ ਟੇਕਦੇ ਹਨ। ਦੂਰ ਕੇ ਨੇਰ ਸੁਨੇ ਗੁਰੇ ਆਏ। ਦੂਰ ਨੇੜੇ ਜਿਹੜਾ ਜਿਹੜਾ ਵੀ ਸੁਣਦਾ ਕਿ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਮਾਲਕ ਆਏ ਹਨ ਗੁਰਦੇਵ, ਉਹ ਫਿਰ ਦਰਸ਼ਨਾਂ ਵਾਸਤੇ ਵਹੀਰਾਂ ਘੱਤ ਕੇ ਆਉਂਦੇ ਹਨ। ਸਿੱਖ ਜੋ ਹੋਤੇ ਆਨ ਦਰਸਾਏ। ਜਿਹੜੇ ਗੁਰਸਿੱਖ ਨੇ, ਸਿੱਖੀ ਮਹਾਰਾਜ ਜੀ ਦੀ ਬਹੁਤ ਥਾਵੇਂ ਫੈਲੀ ਹੋਈ, ਉਹ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ। ਕਈ ਨਵੇਂ ਭਾਈ ਵੀ ਆ ਕੇ ਦਰਸ਼ਨ ਕਰਦੇ ਹਨ। ਸ਼ਾਹ ਬਹਾਦਰ ਲੈ ਲੈ ਦਰਬ। ਤੇ ਬਹਾਦਰ ਸ਼ਾਹ ਨੇੜੇ ਤੇੜੇ ਦੇ ਜਿਹੜੇ ਰਾਜੇ ਰਾਣੇ ਨੇ ਉਹਨਾਂ ਨੂੰ ਆਪਣੇ ਅਧੀਨ ਕਰਦਾ, ਉਹਨਾਂ ਕੋਲੋਂ ਮਾਮਲਾ ਲੈਂਦਾ ਹੈ। ਮਈ ਪਾਲਕ ਬਸ ਕਰੇ ਸਰਬ। ਜਿੰਨੇ ਨੇੜੇ ਤੇੜੇ ਦੇ ਰਾਜੇ ਨੇ, ਰਾਣੇ ਨੇ, ਬਹਾਦਰ ਸ਼ਾਹ ਨੇ ਉਹਨਾਂ ਸਾਰੇ ਰਾਜਿਆਂ ਰਾਣਿਆਂ ਨੂੰ ਆਪਣੇ ਅਧੀਨ ਲਿਆ। ਰਾਤ ਨੂੰ ਉਤਾਰਾ ਕਰਦੇ ਨੇ, ਦਿਨ ਵੇਲੇ ਚੱਲ ਪੈਂਦੇ ਹਨ। ਇਸ ਪ੍ਰਕਾਰ ਕੇਤਕ ਦਿਨ ਚਲੇ। ਏਦਾਂ ਕੁਝ ਦਿਨ ਚੱਲਦੇ ਰਹੇ। ਨਦੀ ਗੋਦਾਵਰ ਕੇ ਤਟ ਭਲੇ। ਚਲਦਿਆਂ ਚਲਦਿਆਂ ਸਾਹਿਬ ਜੀ ਗੋਦਾਵਰੀ ਦੇ ਕਿਨਾਰੇ, ਗੋਦਾਵਰੀ ਨਦੀ ਜਿੱਥੇ ਵਗਦੀ ਆ ਉਹਦੇ ਕੰਢੇ ਆ ਪਹੁੰਚੇ। ਤਹਾਂ ਜਾਏ ਪਹੁੰਚੇ ਦਲ ਭਾਰੇ। ਬਹਾਦਰ ਸ਼ਾਹ ਦਾ ਦਲ ਵੀ ਪਹੁੰਚ ਗਿਆ ਗੋਦਾਵਰੀ ਦੇ ਕਿਨਾਰੇ ਤੇ ਸਤਿਗੁਰੂ ਜੀ ਵੀ ਆ ਗਏ। ਕਰੇ ਸਿਵਰ ਸਭ ਹੁਣ ਕਿਨਾਰੇ। ਗੋਦਾਵਰੀ ਦੇ ਕਿਨਾਰੇ ਕਿਨਾਰੇ ਸਭ ਨੇ ਡੇਰੇ ਕਰ ਲਏ। ਬਹਾਦਰ ਸ਼ਾਹ ਦੀਆਂ ਜਿੰਨੀਆਂ ਫੌਜਾਂ ਸਨ ਉਹ ਵੀ ਉਤਰ ਗਈਆਂ ਇੱਕ ਬੰਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਗੋਦਾਵਰੀ ਦੇ ਕਿਨਾਰੇ ਗੁਰਦੁਆਰਾ ਲੰਗਰ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਸਥਾਨ ਹੈ, ਜਿਹਨੂੰ ਸਰਬਲੋਹ ਦਾ ਬੂੰਗਾ ਕਹਿੰਦੇ, ਸਰਬਲੋਹ ਬੂੰਗਾ ਛਾਵਣੀ ਕਹਿ ਦਿੰਦੇ ਨੇ ਨਿਹੰਗ ਸਿੰਘਾਂ ਦੀ, ਇੱਥੇ ਸਤਿਗੁਰੂ ਜੀ ਨੇ ਪਹਿਲਾਂ ਆਣ ਕੇ ਉਤਾਰਾ ਕੀਤਾ ਕਲਗੀਧਰ ਨੇ। ਇੱਥੋਂ ਤੀਰ ਮਾਰ ਕੇ ਮਹਾਰਾਜ ਜੀ ਨੇ ਨਗੀਨਾ ਘਾਟ ਸਾਹਿਬ ਤੋਂ ਤਖਤ ਸ੍ਰੀ ਹਜੂਰ ਸਾਹਿਬ ਵਾਲੀ ਜਗ੍ਹਾ ਪ੍ਰਗਟ ਕੀਤੀ ਸੀ ਆਪਣਾ ਸਤਜੁਗੀ ਤਪ ਸਥਾਨ। तो गोदावरी दे किनारे सतगुरु जी आए। नगर नदेड़ बसंत बिसाला। गोदावरी दे किनारे एक पुरातन नगर जिन्हों नंदा दा नगर कहंदे हन, और इस नगर दा नाम है नांदेड़। नांदेड़ नगर जो बड़ा विशाल नगर है और बड़े पुरातन समय तो, पुराने समय तो बसिया होया नगर है, जिसमें रहे तनी नर जाला। नांदेड़ नगर पुराना होने करके, पुरातन होने करके बड़े बड़े धनवान लोग, चंगे चंगे शाहूकार लोग और बड़े बड़े उच्च रुतबियां वाले मौलवी काजी वगैरह
ਉਹ ਇਸ ਨਗਰ ਦੇ ਵਿੱਚ ਰਹਿੰਦੇ ਸਨ। ਆਦਪੁਰੀ ਸਤਜੁਗ ਤੇ ਬਸੀ। ਇੰਨੀ ਪੁਰਾਣੀ ਨਗਰੀ ਆ ਨਾਂਦੇੜ ਵੀ ਸਤਯੁਗ ਦੇ ਵੇਲੇ ਦੀ ਵਸੀ ਹੋਈ ਹੈ। ਸਤਯੁਗ ਦੇ ਸਮੇਂ ਦੀ ਵਸੀ ਹੋਈ ਆਦ ਪੁਰਾਤਨ ਨਗਰੀ ਹੈ। ਦਰਬ ਅਧਿਕ ਤੇ ਦੀਰਘ ਲੱਸੀ। ਉਹ ਪੁਰਾਤਨ ਹੋਣ ਕਰਕੇ, ਪੁਰਾਣੀ ਵਸੀ ਹੋਣ ਕਰਕੇ ਬਹੁਤ ਸਾਰੇ ਧਨੀ ਲੋਕ ਇਸ ਨਗਰ 'ਚ ਰਹਿੰਦੇ ਨੇ। ਤਾਨੇ ਸ਼ਾਹ ਮਾਰ ਕਰ ਜੋਰਾ। ਤਾਨੇ ਸ਼ਾਹ ਨਾਮ ਦਾ ਜਿਹੜਾ ਰਾਜਾ ਹੋਇਆ, ਉਹਨੇ ਵੀ ਉਹਨੂੰ ਜ਼ੋਰ ਨਾਲ ਮਾਰ ਕੇ ਪੀਛੇ ਤਾਂ ਜੋ ਸੂਬਾ ਛੋਰਾ। ਪਿੱਛੇ ਜਿਹੜਾ ਸੂਬਾ ਛੱਡਿਆ ਸੀ ਔਰੰਗਜ਼ੇਬ ਨੇ, ਤਾਨੇ ਸ਼ਾਹ ਨਾਲ ਜੰਗ ਕਰਕੇ ਉਹਨੂੰ ਜਿੱਤਣ ਤੋਂ ਬਾਅਦ ਸੁਨਿਆ ਕੋ ਆਵਨ ਜਬੇ। ਜਦੋਂ ਉਹਨੇ ਸੁਣਿਆ ਕਿ ਬਾਦਸ਼ਾਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਆਇਆ ਹੈ, ਮਿਲਬੇ ਹੇਤ ਤਿਆਰ ਹੋਏ ਤਬੇ। ਉਹ ਵੀ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਤਿਆਰ ਹੋ ਕੇ ਆਇਆ ਹੈਦਰਾਬਾਦ ਦੇ ਇਲਾਕੇ ਤੋਂ। ਮਿਰਤਕ ਨੌਰੰਗੇ ਕੀ ਵੱਡ ਮਾਇਆ। ਤੇ ਨੌਰੰਗੇ ਦੀ ਜਿਹੜੀ ਮਾਇਆ ਸੀ, ਨੌਰੰਗਾ ਜੋ ਮਰ ਗਿਆ, ਉਹਦਾ ਜਿਹੜਾ ਪੈਸਾ ਸੀ ਜਾਂ ਜਿਹੜਾ ਉਹਦਾ ਮਾਮਲਾ ਰਹਿੰਦਾ ਸੀ ਹੈਦਰਾਬਾਦ ਦੇ ਨਵਾਬ ਦੇ ਕੋਲ, ਸੋਲੇ ਕਰ ਤੂਰ ਨਹੀਂ ਆਇਆ। ਉਹ ਸਾਰਾ ਮਾਮਲਾ ਟੈਕਸ ਇੱਕ ਦਿਨ ਦਾ, ਇੱਕ ਮਹੀਨੇ ਦਾ ਲੈ ਕੇ ਇਹ ਨਵਾਬ ਬਾਦਸ਼ਾਹ ਬਹਾਦਰ ਸ਼ਾਹ ਦੀ ਸ਼ਰਨ ਆਇਆ। ਦੇਖਿਓ ਸ਼ਾਹ ਕੇ ਸਾਥ। ਬਹਾਦਰ ਸ਼ਾਹ ਨੂੰ ਆ ਕੇ ਭੇਟਾ ਸੁਨ ਸੁਨ ਅਪਰ ਆਏ ਪੁਰਨਾਥ। ਬਹਾਦਰ ਸ਼ਾਹ ਦੀ ਇੱਥੇ ਆਮਦ ਸੁਣ ਕੇ ਹੋਰ ਵੀ ਬੜੇ ਜਿਹੜੇ ਸ਼ਾਹ ਨੇ, ਬਾਦਸ਼ਾਹ ਦੇ ਅਧੀਨ ਚੱਲਣ ਵਾਲੇ ਵੱਡੇ ਸੇਠ ਨੇ, ਸ਼ਾਹੂਕਾਰ ਨੇ, ਚੌਧਰੀ ਨੇ, ਉਹ ਸਾਰੇ ਚੱਲ ਕੇ ਆਉਂਦੇ ਨੇ। ਬਿਦਰ ਹੈਦਰਾਬਾਦ ਉਦਾਰਾ। ਹੈਦਰਾਬਾਦ ਆਦਿਕ ਜਿਹੜਾ ਨਗਰ ਵਿਦਤ ਹੈ, ਉੱਥੋਂ ਤੱਕ ਚੱਲ ਕੇ ਆਉਂਦੇ ਨੇ ਵੱਡੇ ਰਾਜੇ ਰਾਣੇ। ਮੁੰਗੀ ਪਟਨ ਆਦ ਤਨ ਪਾਰਾ। ਮੁੰਗੀ ਪਟਨਮ ਦਾ ਇਲਾਕਾ, ਜਿਹਨੂੰ ਹੁਣ ਮਦਰਾਸ ਚੇਨਈ ਕਹਿ ਦਿੰਦੇ ਆ, ਉੱਥੋਂ ਦੇ ਜਿਹੜੇ ਮਦਰਾਸ ਦੇ ਹਾਤੇ ਦੇ ਜਿਹੜੇ ਨਵਾਬ ਸਨ, ਉਹ ਵੀ ਮਾਇਆ ਲੈ ਕੇ, ਉਗਰਾਹੀ ਲੈ ਕੇ ਬਹਾਦਰ ਸ਼ਾਹ ਨੂੰ ਮਿਲੇ। ਦੇ ਕਰ ਮਿਲੇ ਬਹਾਦਰ ਸ਼ਾਹ। ਆ ਕੇ ਬਹਾਦਰ ਸ਼ਾਹ ਨੂੰ ਮਾਮਲਾ ਤਾਰ ਕੇ ਮਿਲੇ। ਉਤਰ ਪਰੇ ਲਸ਼ਕਰ ਕੇ ਮਾਓ। ਔਰ ਬਹਾਦਰ ਸ਼ਾਹ ਕੋਲ ਇੱਥੇ ਨੰਦੇੜ ਹੀ ਤਕਰੀਬਨ ਜ਼ਿਆਦਾ ਆ ਕੇ ਮਿਲੇ। ਇੱਥੇ ਆਣ ਕੇ ਇਹਦੇ ਕੋਲ ਉਤਰੇ। ਅਪਰ ਕਹਾਂ ਲਗ ਦੇਸ਼ ਅਰ ਨਗਰੀ। ਕਹਿੰਦੇ ਇਹਨਾਂ ਨਗਰਾਂ ਤੋਂ ਇਲਾਵਾ ਹੋਰ ਦੇਸ਼ਾਂ ਤੇ ਨਗਰਾਂ ਦੀ ਕਿਹਦੀ ਗਿਣਤੀ ਕਰੀਏ। ਗਿਣ ਕਰ ਕਥਾ ਸੁਣਾਏ ਸਗਰੀ। ਕਹਿੰਦੇ ਜਿਨ੍ਹਾਂ ਦੀ ਗਿਣ ਕੇ ਸਾਰੀਆਂ ਨਗਰੀਆਂ ਦੀ ਕਥਾ ਸੁਣਾਈਏ, ਪਤਾ ਨਹੀਂ ਕਿੰਨੇ ਕ ਨਗਰਾਂ ਦੇ ਛੋਟੇ ਰਾਜੇ, ਰਾਣੇ, ਚੌਧਰੀ, ਉਹ ਲੈ ਕੇ ਭਟਾਵਾਂ ਬਹਾਦਰ ਸ਼ਾਹ ਨੂੰ ਮਿਲਦੇ ਆ, ਇਹਦੀ ਅਧੀਨਗੀ ਮੰਨਦੇ ਆ, ਇਹਦੇ ਤੋਂ ਭੈ ਪ੍ਰੀਤ ਹੋ ਕੇ ਇਹਦੀ ਸ਼ਰਨ ਚ ਆਉਂਦੇ ਨੇ। ਦੂਰ ਨਿਕਟ ਜੈ ਕਹਿੰਦੇ ਆਏ। ਦੂਰੋਂ ਨੇੜਿਓਂ, ਕਿੱਥੋਂ, ਮਦਰਾਸ ਤੋਂ, ਹੈਦਰਾਬਾਦ ਤੋਂ, ਦੂਰੋਂ ਚੱਲ ਕੇ ਲੋਕ ਇਹਦੀ ਸ਼ਰਨ ਚ ਆ ਰਹੇ ਨੇ। ਦੇ ਦਰਬ ਮਿਲੇ ਸਮੁਦਾਏ। ਪੈਸੇ ਦੇ ਕੇ, ਮਾਮਲਾ ਦੇ ਕੇ ਨੂੰ ਮਿਲਦੇ ਹਨ। ਗੁਰ ਪ੍ਰਤਾਪ ਕਰ ਪਿਤ ਤੇ ਘਨੋ। ਸਤਿਗੁਰੂ ਜੀ ਨੇ ਇਹਦਾ ਪ੍ਰਤਾਪ ਇਹਦੇ ਪਿਓ ਤੋਂ ਵੀ ਵੱਡਾ ਕੀਤਾ ਹੈ। ਇਹਦੇ ਪਿਓ ਤੋਂ ਤਾਂ ਉਹਨੂੰ ਤਾਂ ਫੇਰ ਲੜਨਾ ਪਿਆ, ਇੱਧਰ ਆ ਕੇ ਇਹਨੂੰ ਲੜਨਾ ਨਹੀਂ ਪਿਆ ਬਹਾਦਰ ਸ਼ਾਹ ਨੂੰ। ਸਤਿਗੁਰੂ ਜੀ ਨੇ ਇੰਨਾ ਪ੍ਰਤਾਪ ਇਹਦਾ ਪ੍ਰਗਟ ਕੀਤਾ। ਸ਼ਾਹ ਬਹਾਦਰ ਜਗ ਮੈਂ ਭਨੋ। ਔਰ ਇਹਨੂੰ ਸ਼ਾਹ ਬਹਾਦਰ ਕਹਿ ਕੇ ਜਗਤ ਚ ਬੁਲਾਇਆ ਜਾਣ ਲੱਗਾ। ਅਰੇ ਉਹ ਨਾ ਕੋਈ ਮਿਲੇ ਅਗਾਰੀ। ਕੋਈ ਇਹਦੇ ਸਾਹਮਣੇ ਨਹੀਂ ਅੜਿਆ ਤੇ ਨਾ ਹੀ ਕੋਈ ਅੜ ਕੇ ਇਹਦੇ ਸਾਹਮਣੇ ਖਲੋਤਾ। ਦੇ ਕਰ ਭੇਟੇ ਅਨੇਕ ਪ੍ਰਕਾਰੀ। ਇਹਨੂੰ ਅਨੇਕਾਂ ਪ੍ਰਕਾਰ ਦੀਆਂ ਭਟਾਵਾਂ ਦੇ ਕੇ, ਅਨੇਕ ਪ੍ਰਕਾਰ ਦੇ ਤੋਹਫੇ ਦੇ ਕੇ ਆ ਕੇ ਮਿਲਦੇ ਆ ਵੱਡੇ ਨਵਾਬਜ਼ਾਦੇ। ਹੈਦਰਾਬਾਦ ਦਾ ਨਿਜ਼ਾਮ ਤੱਕ ਵੀ ਇਹਦੇ ਚਰਨਾਂ ਵਿੱਚ ਆਇਆ ਬਹਾਦਰ ਸ਼ਾਹ ਦੇ। ਇਹ ਕਲਗੀਧਰ ਨੇ, ਮਹਾਰਾਜ ਜੀ ਨੇ ਇਹਦਾ ਪ੍ਰਤਾਪ ਜਗ ਜ਼ਾਹਰ ਕੀਤਾ ਕਿ ਇਹਨੂੰ ਸ਼ਾਹ ਬਹਾਦਰ ਕਹਿ ਕੇ ਸੰਸਾਰ 'ਚ ਬੁਲਾਇਆ ਜਾਣ। ਨਾ ਤਾਂ ਇਹਦਾ ਸ਼ਹਿਜ਼ਾਦਾ ਮੁਅੱਜਮ ਸੀ, ਪਰ ਇਹਦਾ ਪ੍ਰਤਾਪ ਵਧਿਆ, ਬਾਦਸ਼ਾਹੀ ਵਧੀ ਇਹਦੀ। ਲੜਨਾ ਨਹੀਂ ਪਿਆ ਇਹਨੂੰ, ਬਹੁਤੇ ਜੰਗ ਯੁੱਧ ਨਹੀਂ ਕਰਨੇ ਪਏ। ਤੋ ਲੋਕਾਂ ਨੇ ਇਹਨੂੰ ਸ਼ਾਹ ਬਹਾਦਰ ਕੇ ਬਹਾਦਰ ਸ਼ਾਹ ਕਹਿ ਕੇ ਬੁਲਾਣਾ ਸ਼ੁਰੂ ਕਰ ਦਿੱਤਾ। ਤੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੰਨੀ ਕਿਰਪਾ ਬਹਾਦਰ ਸ਼ਾਹ ਤੇ ਕੀਤੀ ਹੈ। ਨਾਂਦੇੜ ਵਿਖੇ ਮਹਾਰਾਜ ਜੀ ਨੇ ਨਿਵਾਸ ਕੀਤਾ ਔਰ ਆਪਣੀ ਪੁਰਾਤਨ ਭੂਮੀ
ਪੁਰਾਤਨ ਥਾਂ ਜਿੱਥੇ ਬਹਿ ਕੇ ਸਤਯੁਗ ਵਿੱਚ ਮਹਾਰਾਜ ਜੀ ਨੇ ਦੁਸ਼ਟ ਦਮਨ ਦੇ ਰੂਪ ਚ ਤਪ ਕੀਤਾ ਹੈ, ਉਹ ਸਥਾਨ, ਉਹ ਜਗ੍ਹਾ ਮਹਾਰਾਜ ਜੀ ਪ੍ਰਗਟ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਕੱਲ ਸਤਿਗੁਰੂ ਨੌਵੇਂ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ, ਸ਼ਤਾਬਦੀ ਦਾ ਦਿਨ ਹੈ। ਕੱਲ ਦੇ ਦਿਨ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਕੇ ਮਹਿਲਾਂ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ, ਪ੍ਰਕਾਸ਼ ਧਾਰਨ ਕੀਤਾ। ਸਤਿਗੁਰਾਂ ਦੇ ਪੁਰਬਾਂ ਨੂੰ, ਕਿਉਂਕਿ ਪ੍ਰਕਾਸ਼ ਗੁਰਪੁਰਬ ਹਰ ਸਾਲ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਨਾਏ ਜਾਂਦੇ ਹਨ, तो मोती बाग साहब विखे अज रात भी दीवान सजने हैं, तकरीबन 9 बजे तक दरबार दे विच ही दीवान सजने हैं। कल भी सारा दिन दीवान सजने हैं। संगतां दे चरनां च बेनती है कि हाजरियां भरो और जगत गुरु श्री गुरु तेग बहादुर साहब नौवें पातशाह जी महाराज जी दियां खुशियां प्राप्त करो। तेग बहादुर सिमरिया, तेग बहादुर सिमरिया, तेग बहादुर सिमरिया, तेग बहादुर सिमरिया। कर नौन दयावै ताए, कर नौन दयावै ताए, कर नौन दयावै ताए, कर नौन दयावै ताए। सब थाई होए सहाय, सब थाई होए सहाय, थाई होए सहाय, सब थाई होए सहाय। वाहिगुरु वाहिगुरु, 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 वाहिगुरु। नहे सर्ब मैं दुख भंजन गुण तास, संगी है निरंकार, हे निर्गुण सब टेक। गोबिंद है गुण निधान, जाके सदा विवेक। ते अपरंपर हर हरे, पियो अणिहार। ते संत कै सदा संग, धारा आधार। ठाकुर हों दासरो, मैं निर्गुण गुण नहीं कोई। नानक दीजै नाम दान, राखो है परो। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो तेरे पार। जो शरदा कर से बंदे, गुर पारी उतार निहाल। नाम जहाज है, चढ़े सो तेरे। जो शरदा कर से बंदे, गुर पारी उतार निहार। वाहिगुरु जी का खालसा, वाहिगुरु जी की फतेह।